ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ। ਅੱਜ ਦੇ ਸਜੇ ਹੋਏ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਸਰਵਣ ਕੀਤੇ, ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਤਿਕਾਰਯੋਗ ਸਾਡੀਆਂ ਪਿਆਰੀਆਂ ਭੈਣਾਂ ਬੱਚਿਆਂ ਨੇ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ। ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਸ਼ਲੋਕ ਵਾਰਾਂ ਤੇ ਵਧੀਕ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1423 ਅੰਗ ਤੇ ਸ਼ਬਦ ਦੀ ਵਿਚਾਰ ਹੋ ਰਹੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਪ ਹੀ ਮਤ ਬੁੱਧ ਸੋਝੀ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਆਓ ਸਾਧ ਸੰਗਤ ਮਨ ਦੇ ਟਿਕਾਓ ਤੇ ਇਕਾਗਰਤਾ ਦੇ ਲਈ ਸਾਰੇ ਮਿਲ ਕੇ ਉਚਾਰਨ ਕਰੀਏ। ਰਸਮਾਂ ਪਵਿੱਤਰ ਕਰਦਿਆਂ ਹੋਇਆਂ ਸਾਰੇ ਗੱਜ ਵੱਜ ਕੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਜੋ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਹੈ, ਅਸਲ ਵਿੱਚ ਗੁਰਮੁਖ ਕਿਹਾ ਹੀ ਉਹਨੂੰ ਜਾਂਦਾ ਜਿਹਦਾ ਮੁੱਖ ਗੁਰੂ ਵੱਲੇ ਹੋਵੇ। ਮੁੱਖ ਗੁਰੂ ਤੋਂ ਭਾਵ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੇ ਮੂੰਹ ਕਰਕੇ ਬੈਠ ਜਾਣਾ,
ਤੇ ਆਪਾਂ ਕਹਿ ਦਈਏ ਵੀ ਗੁਰੂ ਵੱਲੇ ਸਾਡਾ ਮੂੰਹ, ਅਸੀਂ ਗੁਰਮੁਖ ਬਣ ਗਏ। ਤੋ ਗੁਰਮੁਖ ਤੋਂ ਭਾਵ ਇਹ ਬਣਦਾ ਹੈ ਕਿ ਜੋ ਗੁਰੂ ਦੇ ਮਾਰਗ 'ਤੇ ਚੱਲਦਾ ਹੈ, ਜੋ ਗੁਰੂ ਕਹਿ ਰਿਹਾ ਉਹਨੂੰ ਮੰਨ ਰਿਹਾ ਹੈ, ਉਹਨੂੰ ਅਸਲ ਵਿੱਚ ਗੁਰਮੁਖ ਕਿਹਾ ਜਾਂਦਾ। ਮਨ ਦੀ ਨਹੀਂ ਮੰਨਦਾ, ਉਹ ਗੁਰੂ ਦੀ ਮੰਨਦਾ ਵੀ ਗੁਰੂ ਕੀ ਕਹਿ ਰਿਹਾ। ਤੋ ਸਾਹਿਬ ਇੱਥੇ ਕਿਰਪਾ ਕਰਦੇ ਨੇ, ਜਿਹੜਾ ਗੁਰੂ ਦੀ ਮੰਨਣ ਵਾਲਾ ਗੁਰੂ ਦੇ ਹੁਕਮ ਨੂੰ ਵੀ ਮੰਨਦਾ ਹੈ। ਸ਼ਹਿ ਕੇਰਾ, ਸ਼ਹਿ ਮੈਨੇ ਪਰਮਾਤਮਾ, ਕੀਰਾ ਮੈਨੇ ਦਾ, ਉਹ ਸਤਿਗੁਰੂ ਦਾ ਹੁਕਮ ਜਿਹੜਾ ਹੈ ਸਿਰ ਮੱਥੇ 'ਤੇ ਮੰਨਦਾ ਹੈ। ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਹੁਕਮ ਮੰਨਣ ਨਾਲ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਹੁਕਮੋ ਸੇਵੇ ਹੁਕਮ ਅਰਾਧੇ, ਹੁਕਮੈ ਸਮੈ ਸਮਾਏ। ਉਹ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹਰ ਵੇਲੇ ਯਾਦ ਰੱਖਦਾ ਹੈ, ਹੁਕਮ ਦੀ ਹੀ ਆਰਾਧਨਾ ਕਰਦਾ ਹੈ। ਆਰਾਧਨ ਤੋਂ ਭਾਵ ਹੈ ਕਿ ਹਰ ਵੇਲੇ ਗੁਰੂ ਦੇ ਹੁਕਮ ਨੂੰ ਉਹ ਆਪਣੇ ਚਿਹਨ ਵਿੱਚ ਬਿਠਾ ਕੇ ਰੱਖਦਾ ਵੀ ਗੁਰੂ ਮੈਨੂੰ ਕੀ ਕਹਿ ਰਿਹਾ। ਹਰ ਕਦਮ ਕਦਮ 'ਤੇ ਉਹ ਸੋਚਦਾ ਹੈ ਕਿ ਗੁਰੂ ਮੈਨੂੰ ਇੱਥੇ ਕੀ ਕਹਿ ਰਿਹਾ, ਕਿਹੜੇ ਕੰਮ ਤੋਂ ਰੋਕ ਰਿਹਾ, ਕਿਹੜਾ ਕੰਮ ਕਰਨ ਵਾਸਤੇ ਕਹਿ ਰਿਹਾ। ਹਰ ਵੇਲੇ ਯਾਦ ਰੱਖਦਾ ਗੁਰੂ ਦੇ ਹੁਕਮ ਨੂੰ, ਤੇ ਸਮੇਂ ਸਮਾਏ ਤੋਂ ਭਾਵ ਹੈ ਲੀਨ ਰਹਿੰਦਾ। ਭਾਵ ਉਹ ਕਦੇ ਵਾਸਤੇ ਗੁਰੂ ਦੇ ਹੁਕਮ ਤੋਂ ਆਕੀ ਨਹੀਂ ਹੁੰਦਾ। ਇਹ ਨਹੀਂ ਕਦੀ ਕਹਿੰਦਾ ਵੀ ਆਹ ਮੇਰੇ ਮੰਨਣ ਯੋਗ ਗੱਲਾਂ ਨੇ, ਇਹ ਮੈਂ ਮੰਨ ਲਵਾਂ, ਤੇ ਜਿਹੜੀਆਂ ਨਹੀਂ ਆਪਣੇ ਮੰਨਣ ਯੋਗ ਉਹ ਗੁਰੂ ਨੂੰ ਕਹਿੰਦੇ ਵੀ ਇਹ ਮੇਰੇ ਫਿੱਟ ਨਹੀਂ ਬੈਠਦੀਆਂ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਕਦੀ ਉਹ ਕਹਿੰਦਾ, ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਸੱਤ ਕਰਕੇ ਮੰਨ ਲੈਂਦਾ। ਗੁਰੂ ਰਾਮਦਾਸ ਜੀ ਦਾ ਇੱਕ ਭਜਨ ਆਪਾਂ ਹੋਰ ਵੀ ਪੜ੍ਹਦੇ ਹਾਂ। ਸਾਹਿਬ ਜੀ ਕਹਿੰਦੇ ਨੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵ ਹੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਦਿਲ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇੱਕ ਵਚਨ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਵੀ ਗੁਰੂ ਨਾਨਕ ਮਹਾਰਾਜ ਜੀ ਦਾ ਪੜ੍ਹਦੇ ਹਾਂ ਹੁਕਮ ਦੇ ਸੰਬੰਧੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਤੇ ਉਦਾਹਰਨਾਂ ਦਿੱਤੀਆਂ, ਤੇ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਰੇਕ ਜੀਵ ਦੇ ਅੰਦਰ ਜਿਹੜੀ ਕੂੜ ਦੀ ਪਾਲ ਬਣੀ ਹੈ, ਕੰਧ ਬਣੀ, ਉਹ ਟੁੱਟ ਕਿਵੇਂ ਸਕਦੀ ਹੈ। ਤੋ ਵਚਨ ਸਾਨੂੰ ਸਾਰਿਆਂ ਨੂੰ ਯਾਦ ਆ ਗਿਆ ਹੋਵੇਗਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕਿਸ ਤਰ੍ਹਾਂ ਕੂੜ ਦੀ ਕੰਧ ਟੁੱਟ ਸਕਦੀ ਹੈ, ਢਹਿ ਢੇਰੀ ਕਿਵੇਂ ਹੋਵੇ। ਤੋ ਉੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਵਾਬ ਦਿੰਦਿਆਂ ਹੋਇਆ ਕਹਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਭ ਦੇ ਨਾਲ ਇਹ ਹੁਕਮ ਪਰਮਾਤਮਾ ਦਾ ਵਰਤ ਰਿਹਾ ਹੈ। ਤੋ ਸਤਿਗੁਰੂ ਕਹਿੰਦੇ ਜਿਹੜਾ ਇਸ ਹੁਕਮ ਨੂੰ ਸਮਝ ਲੈਂਦਾ ਹੈ, ਉਹ ਹੁਕਮ ਦੇ ਵਿੱਚ ਸਦਾ ਲੀਨ ਰਹਿੰਦਾ, ਤੇ ਹੁਕਮ ਨੂੰ ਸਦਾ ਪਰਮਾਤਮਾ ਦੇ ਗੁਰੂ ਦੇ ਹੁਕਮ ਨੂੰ ਯਾਦ ਰੱਖਦਾ ਹੈ। ਹੁਕਮ ਵਰਤ ਨੇਮ ਸੁਚ ਸੰਜਮ, ਮਨ ਚਿੰਦਿਆ ਫਲ ਪਾਏ। ਉਸ ਨੂੰ ਇੱਕ ਗੱਲ ਹੋਰ ਸਮਝ ਵਿੱਚ ਆ ਜਾਂਦੀ ਹੈ ਕਿ ਮੈਨੂੰ ਕੋਈ ਵੱਖਰੇ ਕਰਮ ਕਾਂਡ ਕਰਨ ਦੀ ਲੋੜ ਨਹੀਂ, ਨਾ ਕੋਈ ਵਰਤ ਦਾ ਨੇਮ, ਨਾ ਕੋਈ ਸੁੱਚ ਭੇਟ। ਸੁੱਚ ਦਾ ਅਰਥ ਹੁੰਦਾ ਹੈ ਪਵਿੱਤਰਤਾ, ਭਾਵ ਕਿ ਜਿਸ ਤਰ੍ਹਾਂ ਮਨੁੱਖ ਬਾਹਰੀ ਤੌਰ 'ਤੇ ਸੋਚੇ ਕਿ ਮੈਂ ਬਾਹਰੋਂ ਕਿਵੇਂ ਸੁੱਚ ਰੱਖ ਕੇ ਸੁੱਚਾ ਹੋਣਾ ਹੈ, ਵੈਸੇ ਜ਼ੋਰ ਬਾਹਰੀ ਤੌਰ 'ਤੇ ਜ਼ਿਆਦਾ ਲੱਗਾ ਹੋਇਆ। ਜਦੋਂ ਅਸੀਂ ਗੁਰੂ ਕੀ ਬਾਣੀ ਵਿੱਚੋਂ ਪੜ੍ਹਦੇ ਹਾਂ ਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਗੱਲ ਤਾਂ ਤੇਰੀ ਅੰਦਰ ਦੀ ਜਿਹੜੀ ਸੁਚਮਤਾ ਦੀ ਹੈ ਉਹ ਤਾਂ ਬਣ ਸਕਦੀ ਹੈ ਜੇ ਤੂੰ ਗੁਰੂ ਦੇ ਸ਼ਬਦ ਨਾਲ ਜੁੜੇ। ਤੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਕਿਰਪਾ ਕਰਕੇ ਸਾਨੂੰ ਇਹ ਸਮਝਾਉਂਦੇ ਨੇ ਕਿ ਉਹ ਜਿਹੜੇ ਹੁਕਮ ਨੂੰ ਮੰਨਣ ਵਾਲੇ ਨੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਕੋਈ ਵਰਤ, ਕੋਈ ਸੁੱਚ ਭਿੰਨਤਾ। ਸੰਜਮ ਦਾ ਅਰਥ ਹੁੰਦਾ ਹੈ ਕਿ ਆਪਣੀਆਂ ਇੰਦਰੀਆਂ ਨੂੰ ਕਿਵੇਂ ਰੋਕਣਾ ਵਿਕਾਰਾਂ ਵਾਲੇ ਬੰਨੇ। ਉਹ ਕੋਈ ਵੱਖਰਾ ਯਤਨ ਨਹੀਂ ਕਰਦੇ ਵੀ ਇਹਨੂੰ ਕਿਵੇਂ ਰੋਕਿਆ ਜਾ ਸਕਦਾ। ਉਹ ਹੁਕਮ ਦੇ ਵਿੱਚ ਚੱਲ ਕੇ ਹੀ ਅਸਲ ਵਿੱਚ ਇਹਨੂੰ ਆਪਣੇ ਆਪ ਹੀ ਰੋਕ ਲੈਂਦੇ, ਕਿਉਂਕਿ ਗੁਰੂ ਦੇ ਹੁਕਮ ਚੱਲਣਗੇ। ਇਹ ਆਪਣੇ ਆਪ ਹੀ ਮਨ ਜਦੋਂ ਗੁਰੂ ਵਾਲੇ ਬੰਨੇ ਜੁੜ ਜਾਂਦਾ ਹੈ ਤੇ ਮੇਰੇ ਸਾਹਿਬ ਜੀ ਕਿਰਪਾ ਕਰਦੇ ਨੇ, ਫਿਰ ਵੱਖਰੇ ਕੋਈ ਉਹਨੂੰ ਕਰਮ ਕਾਂਡ ਕਰਨ ਦੀ ਲੋੜ ਨਹੀਂ ਪੈਂਦੀ। ਇਹ ਗੱਲ ਦੀ ਉਹਨੂੰ ਹੋਰ ਸਮਝ ਆ ਜਾਂਦੀ ਹੈ ਗੁਰੂ ਦੇ ਹੁਕਮ ਮੰਨਣ ਵਾਲੇ ਨੂੰ ਕਿ ਜੋ ਮਨ ਵਿੱਚ ਚਿੰਦਿਆ ਸੀ, ਜੋ ਪ੍ਰਾਪਤੀ ਵਾਸਤੇ ਗੁਰੂ ਚਰਨਾਂ 'ਚ ਕਿਹਾ ਸੀ, ਉਹ ਸਾਰੀ ਦਾਤ ਮੈਨੂੰ ਗੁਰੂ ਦੇ ਹੁਕਮ ਵਿੱਚ ਮਿਲ ਜਾਂਦੀ, ਉਹ ਫਲ ਪ੍ਰਾਪਤ ਹੋ ਜਾਂਦੇ ਹਨ। ਸਦਾ ਸੁਹਾਗਣ ਜੇ ਹੁਕਮੈ ਬੁੱਝੈ, ਸਤਿਗੁਰ ਸੇਵੈ ਲਿਵ ਲਾਇ। ਸੁਹਾਗਣ ਦਾ ਅਰਥ ਹੁੰਦਾ ਹੈ ਜੋ ਖਸਮ ਵਾਲੀ ਹੈ, ਪਤੀ ਵਾਲੀ ਹੈ। ਇੱਥੇ ਅਰਥ ਕਰਾਂਗੇ ਉਹ ਸਿੱਖ ਗੁਰਮੁਖ। ਜਦੋਂ ਦੁਹਾਗਣ ਸ਼ਬਦ ਆਵੇ ਤਾਂ ਉਹ ਮਨਮੁਖਾਂ ਵਾਸਤੇ ਵਰਤਿਆ ਜਾਂਦਾ, ਸੁਹਾਗਣ ਆਵੇ ਗੁਰਮੁਖਾਂ ਵਾਸਤੇ ਵਰਤਿਆ ਜਾਂਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਹ ਸਦਾ ਹੀ ਸੁਹਾਗਣਾ ਨੇ, ਭਾਵ ਉਹ ਜਿਹੜਾ ਜੀਵ ਹੈ ਜੋ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਦਾ ਹੀ ਉਹ ਮਾਲਕ, ਉਹਦੇ ਸਿਰ ਦੇ ਉੱਤੇ ਸਾਈਂ ਖਸਮ ਬੈਠਾ ਹੋਇਆ ਹੈ। ਉਹ ਆਪਣੇ ਸਾਈਂ ਖਸਮ ਦੀ ਆਗਿਆ ਵਿੱਚ ਚੱਲਦਾ ਹੈ ਤੇ ਹੁਕਮ ਨੂੰ ਬੁੱਝ ਲੈਂਦਾ। ਹੁਕਮ ਨੂੰ ਬੁੱਝ ਕੇ ਤੇ ਸਤਿਗੁਰੂ ਕਹਿੰਦੇ ਸਤਿਗੁਰ ਸੇਵੈ ਲਿਵ ਲਾਏ। ਉਹ ਗੁਰੂ ਦੇ ਵਿੱਚ ਸਦਾ ਆਪਣੀ ਜਿਹੜੀ ਸੁਰਤ ਹੈ ਟਿਕਾ ਕੇ ਰੱਖਦਾ। ਗੁਰੂ ਵਿੱਚ ਸੁਰਤ ਟਿਕਾਉਣ ਤੋਂ ਭਾਵ ਫਿਰ ਉਹੀ ਸਮਝ ਲੈਣਾ
ਗੁਰੂ ਦੇ ਹੁਕਮ ਗੁਰੂ ਦੇ ਬਚਨ ਵਿੱਚ ਆਪਣੀ ਸੁਰਤ ਸਦਾ ਹੀ ਲਾ ਕੇ ਰੱਖਦਾ ਹੈ। ਨਾਨਕ ਕਿਰਪਾ ਕਰੇ ਜਿਨ ਉਪਰ ਤਨਾ ਹੁਕਮੇ ਲੈ ਪਰ ਮਿਲਾਏ। ਜੀਵ ਆਪਣੀ ਸਿਆਣਪ ਚਲਾਕੀ ਚਤਰਾਈ ਨਾਲ ਨਹੀਂ, ਇਹ ਤਾਂ ਮਾਲਕ ਕਿਰਪਾ ਕਰ ਦੇਵੇ, ਸਤਿਗੁਰੂ ਰਹਿਮਤ ਕਰ ਦੇਣ, ਜਿਨ੍ਹਾਂ ਉੱਤੇ ਗੁਰੂ ਨੇ ਮਿਹਰ ਕਰ ਦਿੱਤੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਦ੍ਰਿਸ਼ਟੀ ਜਿਸ ਜੀਵ ਦੇ ਉੱਤੇ ਹੋ ਗਈ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਹੁਕਮ ਦੀ ਗੱਲ ਸਮਝਾ ਦਿੰਦਾ ਹੈ। ਮਨਮੁਖ ਹੁਕਮ ਨ ਬੁੱਝੇ ਬਪੜੀ ਨਿਤ ਹਉਮੈ ਕਰਮ ਕਮਾਏ। ਮਨ ਪਿੱਛੇ ਤੁਰਨ ਵਾਲਾ ਜਿਹੜਾ ਜੀਵ ਹੈ ਨਾ, ਮਨ ਦੀ ਮਰਜ਼ੀ ਕਰਨ ਵਾਲਾ, ਉਹ ਕਦੇ ਵੀ ਗੁਰੂ ਦੇ ਹੁਕਮ ਨੂੰ ਬੁੱਝਦਾ ਨਹੀਂ ਹੈ। ਬਪੜੀ ਤੋਂ ਭਾਵ ਹੈ ਜੀਵ ਰੂਪੀ ਇਸਤਰੀ ਵਿਚਾਰੀ। ਇੱਥੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਜਿਹੜਾ ਜੀਵ ਹੈ ਮਨ ਪਿੱਛੇ ਤੁਰਨ ਵਾਲਾ, ਕਦੇ ਹੁਕਮ ਨੂੰ ਬੁੱਝਦਾ ਹੀ ਨਹੀਂ ਹੈ। ਭਾਵ ਹੁਕਮ ਦੀ ਗੱਲ, ਹੁਕਮ ਦੇ ਨੇੜੇ ਤੱਕ ਨਹੀਂ ਜਾਂਦਾ। ਜੋ ਗੁਰੂ ਕਹਿੰਦਾ ਹੈ ਉਹ ਤੋਂ ਪਾਸੇ ਕੰਨਾ ਵੱਟ ਜਾਂਦਾ ਹੈ, ਵੀ ਗੁਰੂ ਨੇ ਆ ਕਿਹਾ ਉਸੇ ਵੇਲੇ ਪਾਸਾ ਵੱਟ ਕੇ ਪਰਿਆਂ ਤੁਰ ਜਾਂਦਾ ਹੈ। ਇਹ ਬਚਨ ਸਾਨੂੰ ਗੁਰੂ ਕੀ ਬਾਣੀ ਵਿੱਚੋਂ ਇਹ ਵੀ ਮਿਲ ਜਾਂਦੇ ਨੇ ਕਿ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਪੁੱਤਰਾਂ ਨੂੰ ਗੱਲ ਕਰਦੇ ਨੇ ਕੋਈ ਹੁਕਮ ਦੀ, ਤੇ ਜਦੋਂ ਉਹ ਦੋਨਾਂ ਨੂੰ ਕਹਿੰਦੇ, ਦੋਨੇ ਪਾਸਾ ਵੱਟ ਕੇ ਮੁੜ ਜਾਂਦੇ ਨੇ। ਸੱਤਾ ਬਲਵੰਡਾ ਜੀ ਨੇ ਉੱਥੇ ਇੱਕ ਸ਼ਬਦ ਵਰਤਿਆ ਹੈ, ਕਹਿੰਦੇ ਪੁੱਤਰੀ ਕੌਲ ਨਾ ਪਾਲਿਓ। ਪੁੱਤਰਾਂ ਨੇ ਕੌਲ ਮੈਨੇ ਬਚਨ ਹੁਕਮ ਨਹੀਂ ਮੰਨਿਆ, ਕਰ ਪੀਰ ਹੋ ਕੰਨ ਮੁਰਟੀਏ। ਕੰਨ ਮੁਰਟੀਏ ਦਾ ਮਤਲਬ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਕਹੀਏ ਨਾ, ਕੋਈ ਕੰਮ ਕਹਿ ਦਈਏ ਤੇ ਅੱਗੋਂ ਐ ਮੋਢਾ ਜਿਹਾ ਮਾਰਿਆ, ਆਪਾਂ ਕਹਿੰਦੇ ਵੇਖ ਕੇ ਮੈਂ ਮੋਢਾ ਜਿਹਾ ਮਾਰ ਕੇ ਲੰਘਿਆ ਲਾਗੋ। ਭਾਵ ਉਹ ਬੋਲੇ ਭਾਵੇਂ ਨਾ ਹੀ, ਮੁਖ ਤੋਂ ਕੁਝ ਵੀ ਨਾ ਕਵੇ, ਆਪਾਂ ਸਮਝ ਜਾਂਦੇ ਜਿਹੜਾ ਮੋਢਾ ਜਿਹਾ ਮਾਰਿਆ ਤਾਂ ਮਤਲਬ ਇਹਨੇ ਆਖੇ ਨਹੀਂ ਲੱਗਣਾ। ਇਹ ਸ਼ਬਦ ਰਾਮਕਲੀ ਦੀ ਵਾਰ ਵਿੱਚ ਸੱਤਾ ਬਲਵੰਡ ਜੀ ਨੇ ਵਰਤੇ ਨੇ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਹੁਕਮ ਨੂੰ ਇਸ ਤਰ੍ਹਾਂ ਮੋਢਾ ਜਿਹਾ ਮਾਰ ਕੇ ਲੰਘ ਜਾਂਦੇ ਨੇ ਵੀ ਅਸੀਂ ਤਾਂ ਮੰਨਣਾ ਹੀ ਨਹੀਂ ਹੈ। ਪਰ ਮੋਢਾ ਕੌਣ ਨਹੀਂ ਮਾਰਦਾ? ਭਾਈ ਲੈਣਾ। ਉਹ ਨਹੀਂ ਕਹਿੰਦਾ ਵੀ ਮੈਂ ਨਹੀਂ ਆਖੇ ਲੱਗਣਾ। ਸਤਿਗੁਰੂ ਮਹਾਰਾਜ ਜੀ ਦੇ ਹਰ ਬਚਨ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਮਾਇਆ ਹੈ। ਤਾਂ ਮੈਂ ਜ਼ਿਆਦਾ ਸਹਾਰਾ ਜਿਹੜਾ ਸਾਖੀਆਂ ਦਾ ਨਹੀਂ ਲੈਣਾ, ਭਾਵੇਂ ਕਿ ਆਪਾਂ ਇੱਕ ਪੰਕਤੀ ਉੱਤੇ ਜਿੰਨੀਆਂ ਮਰਜ਼ੀ ਸਾਖੀਆਂ ਇਸ ਹੁਕਮ ਦੀ ਖੇਡ ਵਿੱਚ ਵਰਤ ਸਕਦੇ ਹਾਂ, ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਖੀਆਂ ਤੋਂ ਸੰਕੋਚ ਸਿਰਫ ਟੂਕ ਮਾਤਰ ਜਿਹੜੀ ਵਿੱਚ ਆਵੇਗਾ ਉਹ ਕਰਾਂਗੇ। ਇੱਥੇ ਸਾਹਿਬ ਕਿਰਪਾ ਕਰਦੇ ਮਨ ਪਿੱਛੇ ਤੁਰਨ ਵਾਲਾ ਜਿਹੜਾ ਜੀਵ ਹੈ ਉਹ ਕਦੀ ਹੁਕਮ ਨੂੰ ਜਾਣਦਾ ਨਹੀਂ, ਮੰਨਦਾ ਨਹੀਂ, ਬੁੱਝਦਾ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਫਿਰ ਕੀ ਕਰਦਾ? ਨਿਤ ਹਉਮੈ ਕਰਮ ਕਮਾਏ। ਉਹਦਾ ਜਿਹੜਾ ਵੀ ਕਰਮ ਹੈ, ਜਿਹੜਾ ਵੀ ਕੰਮ ਕਰਦਾ ਉਹ ਹਉਮੈ ਵਿੱਚ ਹੀ ਹੋ ਰਿਹਾ ਹੈ। ਵਰਤ ਨੇਮ ਸੁਚ ਸੰਜਮ ਪੂਜਾ ਪਾਖੰਡ ਭਰਮ ਨਾ ਹੁਣ ਜਾਏ। ਮਨ ਪਿੱਛੇ ਤੁਰਨ ਵਾਲਾ ਇਹ ਕਰਮ ਤਾਂ ਕਰੀ ਜਾਂਦਾ ਹੈ। ਕੋਈ ਵਰਤ ਰੱਖੀ ਫਿਰਦਾ ਹੈ, ਵਰਤ ਦਾ ਨੇਮ ਹੈ, ਸੁਚ ਪਵਿੱਤਰਤਾ ਦਾ ਤੀਰਥਾਂ ਤੇ ਭੜਕਦਾ ਫਿਰਦਾ ਹੈ, ਆਪਣੇ ਇੰਦਰੀਆਂ ਨੂੰ ਰੋਕਣ ਦੇ ਲਈ ਯਤਨ ਵੀ ਕਈ ਤਰ੍ਹਾਂ ਦੇ ਕਰਦਾ, ਪੂਜਾ 'ਚ ਲੱਗਾ ਹੋਇਆ। ਪਰ ਸਾਹਿਬ ਇੱਥੇ ਜਿਹੜਾ ਸ਼ਬਦ ਵਰਤ ਦਿੱਤਾ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਉਹ ਸ਼ਬਦ ਇਹ ਲਾ ਦਿੱਤਾ ਕਿ ਇਹ ਸਾਰਾ ਕੁਝ ਪਖੰਡ ਹੈ। ਹੁਣ ਵੇਖੋ ਗੁਰੂ ਸਾਹਿਬ ਨੇ ਚੀਜ਼ਾਂ ਤੇ ਪਹਿਲਾਂ ਗੁਰਮੁਖ ਦੇ ਨਾਲ ਵੀ ਵਰਤੀਆਂ ਸਨ, ਵਰਤ ਨੇਮ ਸੋ ਸੰਜਮ ਦੀਆਂ, ਮਨਮੁਖ ਦੇ ਨਾਲ ਵੀ ਵਰਤੀਆਂ। ਕਹਿੰਦੇ ਨੇ ਗੁਰਮੁਖ ਨੂੰ ਉਹ ਕੁਝ ਕਰਨ ਦੀ ਲੋੜ ਨਹੀਂ, ਕਹਿੰਦੇ ਮਨਮੁਖ ਕਰਦਾ ਤੇ ਕੇਵਲ ਪਖੰਡ ਹੀ ਹੋ ਰਿਹਾ। ਤੇ ਜਦੋਂ ਆਪਾਂ ਇਹ ਗੱਲ ਜੇ ਅੱਜ ਕਹੀਏ ਵੀ ਜੋ ਕੁਝ ਜੇ ਜੀਵ ਇਹ ਕੁਝ ਕਰਦਾ ਹੈ ਤੇ ਇਹ ਪਖੰਡ ਹੈ, ਤੇ ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ। ਕਹਿੰਦੇ ਨੇ ਜੇ ਕੋਈ ਜੀਵ ਗੁਰੂ ਦੇ ਹੁਕਮ ਦੀ ਪਾਲਣਾ ਤੇ ਕਰਦਾ ਨਹੀਂ ਤੇ ਹੁਕਮ ਤੋਂ ਬਿਨਾਂ ਬਾਕੀ ਜੋ ਕੁਝ ਮਰਜ਼ੀ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ, ਉਹ ਧਰਮ ਦੇ ਨਾਂ ਤੇ ਭਾਵੇਂ ਕਰੀ ਜਾਂਦਾ। ਸਾਹਿਬ ਜੀ ਕਿਰਪਾ ਕਰਦੇ ਨੇ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਪਖੰਡ ਹੈ, ਕੇਵਲ ਲੋਕ ਵਿਖਾਵਿਆਂ ਵਾਸਤੇ ਹੈ। ਇਸ ਤਰੀਕੇ ਦੇ ਨਾਲ ਅੰਦਰ ਦੀ ਭਟਕਣਾ, ਅੰਦਰ ਦਾ ਭਰਮ ਕਦੀ ਵਾਸਤੇ ਵੀ ਨਹੀਂ ਜਾ ਸਕਦਾ। ਭਾਵੇਂ ਜਿੰਨੇ ਮਰਜ਼ੀ ਮਨੁੱਖ ਬਾਹਰੀ ਤੌਰ ਤੇ ਯਤਨ ਕਰੇ, ਪਰ ਜਿੰਨੀ ਦੇਰ ਹੁਕਮ ਦੀ ਕਮਾਈ ਨਹੀਂ ਕਰੇਗਾ, ਹੁਕਮ ਨੂੰ ਨਹੀਂ ਮੰਨੇਗਾ, ਨਹੀਂ ਬੁੱਝੇਗਾ, ਉਨੀ ਦੇਰ ਪਰਮਾਤਮਾ ਨਾਲ ਨੇੜ ਨਹੀਂ ਬਣੇਗਾ। ਸਤਿਗੁਰੂ ਕਹਿੰਦੇ ਜੇ ਹੁਕਮ ਤੋਂ ਬਾਹਰ ਹੈ ਤੇ ਭਾਵੇਂ ਜੋ ਕੁਝ ਮਰਜ਼ੀ ਕਰੀ ਜਾਵੇ, ਕੇਵਲ ਪਖੰਡ ਹੈ ਜਿਸ ਨਾਲ ਉਹਦੀ ਭਟਕਣਾ ਖਤਮ ਨਹੀਂ ਹੋ ਸਕਦੀ। ਅੰਤਰੋਂ ਕਸੁੱਧ ਮਾਇਆ ਮੋਹਿ ਬੇਦੇ ਜੋ ਹਸਤੀ ਛਾਰ ਉਡਾਏ। ਅਸਲ ਵਿੱਚ ਕਿਉਂ ਨਹੀਂ ਖੇਡ ਬਣਦੀ? ਸਤਿਗੁਰੂ ਕਹਿੰਦੇ ਅੰਤਰੋਂ ਕਸੁੱਧ, ਅੰਦਰ ਤੇ ਖੋਟਾਪਣ, ਮੈਲਾਪਨ ਬੈਠਾ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਇਆ ਦੇ ਵਿੱਚ ਮੋਹਿਆ ਪਿਆ ਜੀਵ, ਤੇ ਉਸ ਜੀਵ ਦੇ ਜਿਹੜੇ ਇਹ ਕਰਮ ਕਰਨੇ ਇਸ ਤਰ੍ਹਾਂ ਨੇ ਜਿਵੇਂ ਹਸਤੀ ਬਣੇ ਹਾਥੀ ਛਾਰ ਉਡਾਏ। ਜਿਵੇਂ ਹਾਥੀ ਨੂੰ ਨਵਾ ਕੇ ਛੱਡ ਦੋ ਤੇ ਬਾਅਦ ਵਿੱਚ ਆਪਣੇ ਤੇ ਆਪ ਹੀ ਮਿੱਟੀ ਪਾ ਲੈਂਦਾ ਹੈ। ਤਾਂ ਇਹਦਾ ਭਾਵ ਇਹ ਬਣ ਜਾ ਕਿ ਉਸ ਜੀਵ ਦੇ ਕੀਤੇ ਹੋਏ ਕਰਮਾਂ ਦਾ ਕੋਈ ਲਾਭ ਨਾ ਹੋਇਆ, ਉਹਨੂੰ ਕੋਈ ਫਾਇਦਾ ਹੀ ਨਾ ਹੋਇਆ। ਜਿਵੇਂ ਹਾਥੀ ਦੇ ਇਸ਼ਨਾਨ ਕਰਾਉਣ ਦਾ ਕੋਈ ਲਾਭ ਨਹੀਂ, ਇਸ ਤਰ੍ਹਾਂ ਉਹ ਜੀਵ ਜਿਹੜੇ ਮਨ ਪਿੱਛੇ ਤੁਰਨ ਵਾਲੇ ਤੇ ਫੋਕਟ ਦੇ ਕਰਮ ਕਰੀ ਜਾਂਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਫੋਕਟ ਕਰਮਾਂ ਦਾ ਕੋਈ ਲਾਭ ਉਸ ਜੀਵ ਨੂੰ ਨਹੀਂ ਹੈ। ਕਿਉਂਕਿ ਅੰਦਰੋਂ ਹਿਰਦੇ ਦੀ ਸ਼ੁੱਧਤਾ ਜਿਹੜੀ ਹੈ ਉਹ ਗੁਰੂ ਦੇ ਬਚਨ ਨਾਲ ਹੋਣੀ। ਇੱਕ ਬਚਨ ਸਤਿਗੁਰਾਂ ਦੀ ਬਾਣੀ ਵਿੱਚੋਂ ਅਸੀਂ ਕਈ ਵਾਰ ਆਏ ਸਾਂਝਾ ਕਰਦੇ ਹਾਂ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਾਹੇ ਕਹੇ ਸਭ ਉਤਰੈ,
ਬਹੁਰ ਕਮਾਵੈ ਹੋਵੈ ਨਿਸ਼ੰਕ ਜਮ ਕਰ ਬਾਦ ਖਰੇ ਕਲੰਕ। ਸਤਿਗੁਰੂ ਕਹਿੰਦੇ ਉਹ ਤਾਂ ਸਗੋਂ ਬਹੁਤ ਵੱਡਾ ਪਾਪੀ ਬਣ ਜਾਂਦਾ ਜੀਵ, ਭਾਵ ਕਿ ਉਹ ਤੇ ਸਗੋਂ ਜ਼ਿਆਦਾ ਇਹੋ ਜਿਹੇ ਕਰਮ ਕਰਨ ਲੱਗ ਪੈਂਦਾ ਜੇ ਭੁਲੇਖਾ ਹੀ ਬਹਿ ਜਾਵੇ ਨਾ ਕਿ ਸਾਲ ਬਾਅਦ ਕਿਸੇ ਖਾਸ ਤੀਰਥ 'ਤੇ ਜਾ ਕੇ ਇਸ਼ਨਾਨ ਕਰਨ ਨਾਲ ਪਵਿੱਤਰਤਾ ਅੰਦਰ ਦੀ ਸੁੱਚ ਆ ਜਾਂਦੀ ਹੈ, ਸਭ ਕੁਝ ਕੀਤੇ ਪਾਪ ਇੱਕ ਛਿਨ ਵਿੱਚ ਨਸ਼ਟ ਹੋ ਜਾਂਦੇ ਹੈ। ਤੇ ਸਤਿਗੁਰੂ ਕਹਿੰਦੇ ਉਹ ਫਿਰ ਕੀ ਕਰਦਾ ਵੀ ਅਗਲੇ ਸਾਲ ਫਿਰ ਰੱਜ ਕੇ ਕਰਦਾ ਹੋਰ ਪਾਪ, ਵੀ ਸਾਲ ਬਾਅਦ ਫੇਰ ਆ ਜਾਣਾ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਉਸ ਜੀਵ ਦੇ ਇਹ ਜਿਹੜੇ ਅੰਦਰ ਖੋਟਾਪਨ ਬੈਠਾ ਹੈ, ਅੰਦਰ ਮੈਲਾਪਨ ਬੈਠਾ ਹੈ, ਅੰਦਰ ਦੀ ਸ਼ੁਰਤਾ ਨਹੀਂ, ਬਾਹਰੀ ਤੌਰ ਤੇ ਜੇ ਉਹ ਧਰਮ ਦੇ ਨਾਂ ਤੇ ਕਰਮ ਕਰੀ ਵੀ ਜਾਂਦਾ ਤੇ ਉਹਦੇ ਕਰਮ ਇਸ ਤਰ੍ਹਾਂ ਦੇ ਨੇ ਜਿਵੇਂ ਹਾਥੀ ਦਾ ਇਸ਼ਨਾਨ ਕਰਾਉਣਾ ਹੈ, ਇਸ਼ਨਾਨ ਕਰਾਉਣ ਤੋਂ ਬਾਅਦ ਜਿਵੇਂ ਆਪਣੇ ਤੇ ਖੇਹ ਪਾ ਲੈਂਦਾ, ਇਸ ਤਰ੍ਹਾਂ ਉਸ ਜੀਵ ਦੇ ਇਹ ਕੀਤੇ ਹੋਏ ਕਰਮ ਹਨ। ਜਿਨ ਉਪਾਏ ਤਿਸੈ ਨਾ ਚੇਤਹਿ, ਬਿਨ ਚੇਤੇ ਕਿਉ ਸੁਖ ਪਾਏ। ਕਿਉਂਕਿ ਉਹ ਜਿਸ ਨੇ ਪੈਦਾ ਕੀਤਾ ਉਪਾਏ, ਭਾਵ ਕਿ ਜਿਹਨੇ ਜਗਤ ਦੀ ਰਚਨਾ ਕੀਤੀ ਹੈ, ਜਿਹਨੇ ਸਾਨੂੰ ਪੈਦਾ ਕੀਤਾ ਬਣਾਇਆ ਘੜਿਆ ਪਰਮਾਤਮਾ ਨੇ, ਸਤਿਗੁਰੂ ਕਹਿੰਦੇ ਉਹਨੂੰ ਤੇ ਕਦੀ ਯਾਦ ਹੀ ਨਹੀਂ ਕਰਦਾ, ਉਹਨੂੰ ਕਦੀ ਚੇਤੇ ਵਿੱਚ ਨਹੀਂ ਲਿਆਉਂਦਾ। ਜਦ ਤੱਕ ਉਹ ਪਰਮਾਤਮਾ ਚੇਤੇ ਵਿੱਚ ਨਹੀਂ ਆਵੇਗਾ, ਯਾਦ ਵਿੱਚ ਨਹੀਂ ਆਵੇਗਾ, ਕਿਵੇਂ ਸੁੱਖ ਮਿਲ ਸਕਦੇ ਹਨ। ਨਾਨਕ ਪਰਪੰਚ ਕੀਆ ਤੁਰ ਕਰਤਾ, ਪੂਰਬ ਲਿਖਿਆ ਕਮਾਏ। ਜਿਹੜਾ ਪਰਪੰਚ ਭਾਵ ਕਿ ਜਗਤ ਦਾ ਪਸਾਰਾ ਕੀਤਾ ਨਾ ਹਰੀ ਪਰਮਾਤਮਾ ਵਾਹਿਗੁਰੂ ਨੇ, ਜਗਤ ਦੀ ਰਚਨਾ ਕੀਤੀ, ਉਸੇ ਉਹਦੇ ਹੁਕਮ ਵਿੱਚ ਹੀ ਅਸਲ ਵਿੱਚ ਇਹ ਖੇਡ ਬਣੀ ਹੈ। ਇਹ ਕਿੰਨਾ ਕੁ ਟਾਈਮ ਲੱਗ ਗਿਆ ਪਰਮਾਤਮਾ ਨੂੰ ਜਗਤ ਦੀ ਰਚਨਾ ਕਰਨ ਲੱਗਿਆ। ਸਤਿਗੁਰੂ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਸਤਿਗੁਰੂ ਕਹਿੰਦੇ ਇੱਕ ਆਵਾਜ਼ ਵਿੱਚੋਂ ਹੀ, ਜਿਹਨੂੰ ਸਾਇੰਸਦਾਨ ਹੋਰ ਕੁਝ ਕਹਿੰਦੇ ਹੈ, ਪਰ ਗੁਰੂ ਮਹਾਰਾਜ ਜੀ ਨੇ ਉਹਨੂੰ ਕਹਿ ਦਿੱਤਾ ਉਹ ਹੁਕਮ ਹੀ ਹੈ, ਉਹ ਸ਼ਬਦ ਹੀ ਹੈ, ਉਹ ਆਵਾਜ਼ ਹੀ ਹੈ, ਉਹ ਸੱਚ ਹੀ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਹ ਹਰੀ ਪਰਮਾਤਮਾ ਵਾਹਿਗੁਰੂ ਨੇ ਇਸ ਨੂੰ ਬਣਾਉਣ ਲੱਗਿਆ ਕੋਈ ਬਹੁਤੀ ਦੇਰੀ ਨਹੀਂ ਲਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਕਹਿੰਦੇ ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤਵ ਦੇਹ ਅਪਾਰਾ। ਉਹਨੇ ਅੱਖ ਦੇ ਝਮੱਕੇ ਨਾਲ ਹੀ ਬਣਾ ਦਿੱਤਾ, ਤੇ ਜੇ ਇਹਨੂੰ ਖਤਮ ਕਰਨਾ ਚਾਹੇਗਾ ਤੇ ਕਿੰਨੇ ਕੁ ਸਾਲ ਲੱਗਣਗੇ। ਸਾਹਿਬ ਜੀ ਕਹਿੰਦੇ ਜਬ ਆ ਕਰਖ ਕਰਤ ਹੋ ਕਬਹੂ, ਜੇ ਉਹ ਚਾਹਵੇ ਤੇ ਅੱਖ ਦੇ ਝਮੱਕੇ ਵਿੱਚ ਹੀ ਸਾਰਾ ਕੁਝ ਖਤਮ ਕਰਕੇ ਕਿੱਥੇ ਚਲੇ ਜਾਣਗੇ ਸਾਰੇ, ਸਤਿਗੁਰੂ ਮਹਾਰਾਜ ਜੀ ਉਹਦੇ ਵਿੱਚ ਹੀ ਸਮਾ ਜਾਣਗੇ। ਤੋ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਉਸ ਹਰੀ ਪਰਮਾਤਮਾ ਵਾਹਿਗੁਰੂ ਨੇ ਇਹ ਜਿਹੜੀ ਜਗਤ ਦੀ ਰਚਨਾ ਕੀਤੀ ਹੈ ਨਾ, ਪਰਮੇਸ਼ਰ ਨੇ ਬਣਾਈ ਹੈ, ਉਸ ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਨੇ, ਤੇ ਉਹਦੀ ਬਣਾਈ ਹੋਈ ਜਿਹੜੀ ਰਚਨਾ ਸ੍ਰਿਸ਼ਟੀ ਹੈ ਜੀਵ, ਇਹੋ ਹੀ ਕੁਝ ਕਰ ਰਹੇ ਨੇ ਜਿਹੜੇ ਇਹਨਾਂ ਦੇ ਸੰਸਕਾਰਾਂ ਦੇ ਮੁਤਾਬਕ, ਕਿਉਂਕਿ ਜੋ ਅਸੀਂ ਕਰਮ ਕਰਦੇ ਹਾਂ ਨਾ, ਇਹ ਕਰਮ ਜਿਹੜਾ ਇਹ ਸੰਸਕਾਰ ਬਣ ਜਾਂਦਾ ਹੈ, ਫਿਰ ਸੁਭਾਅ ਬਣ ਜਾਂਦਾ, ਉਹਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ। ਸਿਆਣੇ ਕਹਿੰਦੇ ਕਰਮ ਬਦਲਿਆ ਜਾ ਸਕਦਾ। ਕਰਮ ਤੋਂ ਭਾਵ ਹੁੰਦਾ ਹੈ ਕਿ ਜਿਵੇਂ ਆਪਾਂ ਇਹ ਜਿਹੜਾ ਹੁਣ ਕੰਮ ਕੀਤਾ ਹੈ, ਜੇ ਉਸੇ ਵੇਲੇ ਮਨ ਚਿੱਤ ਬੁੱਧੀ ਜਿਹੜੀ ਇਹ ਕਹਿ ਦੇਵੇ ਵੀ ਇਹ ਠੀਕ ਹੈ ਤੇ ਬਾਰ-ਬਾਰ ਕਰਾਂਗੇ, ਉਹ ਸੰਸਕਾਰ ਤੇ ਸੁਭਾਅ ਬਣ ਜਾਏਗਾ। ਜੇ ਇਹ ਪਤਾ ਚੱਲ ਜਾਏ ਵੀ ਗਲਤ ਹੈ ਪਰ ਬਾਰ-ਬਾਰ ਕਰੀ ਜਾਈਏ, ਗਲਤ ਨੂੰ ਜਾਣਦਿਆਂ ਵੀ ਬਾਰ-ਬਾਰ ਕਰੀ ਜਾਈਏ, ਉਹ ਫਿਰ ਆਖਿਰਕਾਰ ਸੰਸਕਾਰ ਬਣ ਜਾਏਗਾ। ਸੰਸਕਾਰ ਦੇ ਮੁਤਾਬਕ ਉਹ ਸੁਭਾਅ ਬਣ ਜਾਏਗਾ। ਉਹੀ ਚੀਜ਼ ਬਾਰ-ਬਾਰ ਮੁੜ ਕੇ ਮਨੁੱਖ ਨੂੰ ਜਨਮ ਦਿਵਾਉਂਦੀ ਹੈ। ਵਾਸ਼ਨਾ ਬੱਧਾ ਆਵੇ ਜਾਏ, ਭਾਈ ਗੁਰਦਾਸ ਜੀ ਕਹਿੰਦੇ ਨੇ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਕਹਿ ਲਗੇ ਹੱਥ ਵਿੱਚ ਦੀਵਾ ਹੋਵੇ ਤੇ ਫਿਰ ਵੀ ਬੰਦਾ ਖੂਹ ਵਿੱਚ ਛਾਲਾ ਮਾਰੇ ਤਾਂ ਉਹਦੀ ਆਪਣੀ ਬਦਕਿਸਮਤੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਿਆਨ ਰੂਪ ਦੀਪਕ ਸਾਡੇ ਕੋਲ ਹੈ, ਜੇ ਇਹਦੇ ਹੁੰਦਿਆਂ ਹੋਇਆਂ ਵੀ ਫਿਰ ਵੀ ਅਗਿਆਨਤਾ ਦੇ ਖੂਹ ਵਿੱਚ ਡਿੱਗੇ ਫਿਰਦੇ ਆ ਤਾਂ ਇਹ ਸਾਡੀ ਆਪਣੀ ਬਦਕਿਸਮਤੀ ਹੈ। ਗੁਰੂ ਨੇ ਤਾਂ ਸਾਨੂੰ ਇਸ ਅਗਿਆਨਤਾ ਦੇ ਖੂਹ ਵਿੱਚੋਂ ਕੱਢ ਰਹੇ ਨੇ। ਸਭ ਕਿਰਪਾ ਕਰਦੇ ਨੇ ਕਿ ਉਸ ਹਰੀ ਪਰਮਾਤਮਾ ਵਾਹਿਗੁਰੂ ਨੇ ਜਿਹੜੀ ਜਗਤ ਦੀ ਰਚਨਾ ਕੀਤੀ ਹੈ ਤੇ ਜਿਹੜੇ ਜੀਵਾਂ ਦੇ ਆਪਣੇ ਕੀਤੇ ਹੋਏ ਕਰਮ ਨੇ, ਜੇ ਸੰਸਕਾਰ ਬਣ ਗਏ, ਉਹਦੇ ਮੁਤਾਬਕ ਹੀ ਜੀਵ ਉਸ ਨੂੰ ਕਮਾ ਰਹੇ ਹਨ। ਗੁਰਮੁਖ ਪ੍ਰਤੀਤ ਭਈ, ਮਨ ਮਾਨਿਆ ਅਣਦਿਨ ਸੇਵਾ ਕਰਤ ਸਮਾਈ। ਗੁਰੂ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਅੰਦਰ ਇੱਕ ਸ਼ਰਧਾ ਬਣ ਜਾਂਦੀ। ਪ੍ਰਤੀਤ ਮੈਨੇ ਹੁੰਦਾ ਸ਼ਰਧਾ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰਿ ਪ੍ਰਭ ਚੀਤ। ਉਹਦੇ ਅੰਦਰ ਹਰੀ ਪਰਮਾਤਮਾ ਵਾਹਿਗੁਰੂ ਦੇ ਪ੍ਰਤੀ ਪਿਆਰ, ਸ਼ਰਧਾ, ਭਾਵਨਾ ਬਣ ਜਾਂਦੀ ਹੈ। ਤੋ ਇੰਨੀ ਕੁ ਸ਼ਰਧਾ ਬਣ ਜਾਂਦੀ ਹੈ ਕਿ ਮਨ ਮਾਨਿਆ, ਮਨ ਮੰਨ ਜਾਂਦਾ ਜੋ ਗੁਰੂ ਕਹਿ ਰਿਹਾ ਨਾ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਜਦੋਂ ਮਨ ਮੰਨ ਗਿਆ ਤੇ ਸਾਰਾ ਕੁਝ ਹੀ ਮਿਲ ਗਿਆ। ਪਰ ਅਗਲੀ ਗੱਲ ਨਾਲ ਹੀ ਕਹਿ ਰਹਿੰਦੇ ਨੇ ਕਿ ਜੇ ਲੋਕ ਨਾ ਮੰਨਣ ਤੇ ਕਹਿੰਦੇ ਮੈਂ ਲੋਕਾਂ ਤੋਂ ਕੀ ਲੈਣਾ, ਕੋਈ ਸਰਟੀਫਿਕੇਟ ਥੋੜ੍ਹਾ ਲੈਣਾ ਹੈ। ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਲੋਕ ਨਾ ਮੰਨਣਗੇ ਤਾਂ ਮੈਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਣਾ ਜਾਂ ਫਾਇਦਾ ਨਹੀਂ ਹੋਣਾ। ਕਹਿੰਦੇ ਮੈਂ ਇਹ ਭਰੋਸੇ ਨਾਲ ਕਹਿਣਾ ਕਿ ਮੇਰਾ ਮਨ ਮੰਨ ਗਿਆ ਹੈ। ਕਹਿਣ ਲੱਗੇ ਜੇ ਦੂਜੇ ਲੋਕ ਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਨਾ ਭਤੀਜੇ ਤਉ ਕਿਆ ਕੀਜੈ। ਜੇ ਲੋਕ ਨਾ ਮੇਰੇ ਇਸ ਮੰਨੇ ਹੋਏ ਮਨ ਦੇ ਉੱਤੇ ਨਹੀਂ ਭਤੀਜਦੇ ਤਾਂ ਕੀ ਮੈਂ ਕੀ ਉਹਨਾਂ ਨੂੰ ਕਰ ਲਵਾਂਗਾ।
ਸਤਿਗੁਰੂ ਦੀ ਬਾਣੀ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਭਰੋਸਾ ਵੱਧ ਜਾਵੇ ਉਸ ਮਾਲਕ ਪ੍ਰਮਾਤਮਾ ਪਰਮੇਸ਼ਰ ਦੇ ਉੱਤੇ, ਫਿਰ ਮਨ ਪੂਰਨ ਤੌਰ ਤੇ ਮੰਨ ਜਾਵੇ। ਜਿਨ੍ਹਾਂ ਦਾ ਮਨ ਮੰਨ ਗਿਆ ਗੁਰੂ ਦੇ ਬਚਨ ਵਿੱਚ ਅੰਨ ਦਿਨ ਰਾਤ, ਫਿਰ ਸੇਵਾ ਕਰਤ ਸਮਾਏ। ਗੁਰੂ ਦੀ ਸੇਵਾ, ਗੁਰੂ ਦੇ ਸਿਮਰਨ, ਗੁਰੂ ਦੀ ਯਾਦ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ ਤੇ ਉਸ ਦੇ ਵਿੱਚ ਹੀ ਸਮਾ ਜਾਂਦੇ ਹਨ। ਭਾਵ ਕਿ ਹਰ ਵੇਲੇ ਸੁਰਤ ਉਸ ਦੀ ਗੁਰੂ ਦੀ ਸ਼ਬਦ ਵਿੱਚ ਹੀ ਰਹਿੰਦੀ ਹੈ। ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖੈ ਸਭ ਆਏ। ਅੰਤਰ ਸਤਿਗੁਰੂ, ਹਿਰਦੇ ਅੰਦਰ ਗੁਰੂ ਦਾ ਬਚਨ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਸਤਿਗੁਰ ਦੇ ਜੇ ਅੰਦਰ ਬਚਨ ਯਾਦ ਹੈ ਨਾ, ਤੇ ਜਿਹੜੇ ਦੂਜੇ ਜੀਵ ਨੇ ਉਹਨਾਂ ਦੇ ਅੰਦਰ ਵੀ ਉਹ ਗੁਰੂ ਦੇ ਹੀ ਅਸਲ ਵਿੱਚ ਜੋਤ ਨੂੰ ਤੱਕਦਾ ਹੈ, ਪਰਮਾਤਮਾ ਦੀ ਜੋਤ ਨੂੰ। ਸਭ ਮੈਂ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਹੁਣ ਵੇਖੋ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਬਚਨ ਕਹਿੰਦੇ ਨੇ, ਕਹਿੰਦੇ ਇੱਕ ਤਾਂ ਆਪਣੇ ਅੰਦਰ ਜਾਣਨਾ ਹੈ, ਦੂਜਾ ਦੂਜਿਆਂ ਨੂੰ ਵੀ ਆਦਰ ਦਿੰਦਾ, ਸਤਿਕਾਰ ਦਿੰਦਾ, ਮਾਣ ਦਿੰਦਾ। ਇਹਦਾ ਭਾਵ ਇਹ ਬਣ ਗਿਆ ਕਿ ਉਹ ਜਿਹੜਾ ਜੀਵ ਹੈ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਜਿਹੜਾ ਹਰੀ ਪਰਮਾਤਮਾ ਪਰਮੇਸ਼ਰ ਹੈ ਨਾ, ਉਹਦੀ ਜੋਤ ਸਾਰੇ ਜੀਵਾਂ ਦੇ ਅੰਦਰ ਵਰਤ ਰਹੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਆਪਣਾ ਜਿੱਥੇ ਆਪਣੇ ਅੰਦਰ ਗੁਰੂ ਨੂੰ ਤੱਕਦਾ ਹੈ, ਉੱਥੇ ਦੂਜਿਆਂ ਦਾ ਵੀ ਆਦਰ ਮਾਣ ਸਤਿਕਾਰ ਜਿਹੜਾ ਕਰਦਾ ਹੈ। ਅੱਜ ਹਾਲਤ ਸਾਡੀ ਕੀ ਬਣ ਗਈ, ਮੈਂ ਜ਼ਿਆਦਾ ਇਸ ਬੰਨੇ ਨਹੀਂ ਜਾਣਾ ਚਾਹੁੰਦਾ, ਪਰ ਗੁਰਮੁਖੋ ਗੁਰੂ ਦਾ ਪ੍ਰਚਾਰਕ ਹੋਣ ਦੇ ਨਾਤੇ ਮੇਰਾ ਕਹਿਣਾ ਇਹ ਫਰਜ਼ ਜ਼ਰੂਰ ਬਣਦਾ ਹੈ ਕਿ ਅੱਜ ਜਿਹੜਾ ਸਾਡੀ ਤਰਾਸਦੀ ਜਿਹੜੀ ਅੱਜ ਬਣੀ ਪਈ ਹੈ ਨਾ ਕੌਮ ਦੀ, ਅੱਜ ਇਹ ਹਰ ਬੰਦਾ ਜਿਹੜਾ ਚਿੰਤਤ ਹੈ ਉਹ ਇਸ ਗੱਲ ਦੇ ਉੱਤੇ ਬੜਾ ਚਿੰਤਤ ਤੇ ਸੋਚਦਾ ਪਿਆ ਵੀ ਕਿੱਧਰ ਨੂੰ ਤੁਰੇ ਜਾਣ। ਇੱਕ ਬੰਨੇ ਤਾਂ ਕੌਮ ਦੀਆਂ ਚੜ੍ਹਦੀ ਕਲਾ ਦੀ ਗੱਲ ਹੈ, ਕੌਮ ਅੱਜ ਆਪਾਂ ਕਹਿੰਦੇ ਹਰ ਦੇਸ਼ ਵਿੱਚ ਸਿੱਖ ਕੌਮ ਦੀ ਬੱਲੇ ਬੱਲੇ ਚੜ੍ਹਦੀ ਕਲਾ ਹੈ, ਗੁਰੂ ਘਰ ਨੇ, ਲੰਗਰ ਚੱਲ ਰਹੇ ਨੇ, ਮਾਲਕ ਦੀ ਹਰ ਤਰ੍ਹਾਂ ਦੀ ਕਿਰਪਾ ਹੈ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੱਗਾਂ ਲੈਂਦੀਆਂ ਵੇਖੀਦੀਆਂ ਨੇ, ਇਹਨਾਂ ਮਨ ਨੂੰ ਦੁੱਖ ਹੁੰਦਾ ਹੈ ਵੀ ਉਹਨਾਂ ਬੰਦਿਆਂ ਦੇ ਅੰਦਰ ਕਿਸ ਤਰ੍ਹਾਂ ਇਹ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਅਸੀਂ ਪੱਗ ਕਿਸੇ ਦੀ ਲਾਹ ਦਈਏ। ਜੇ ਇਹ ਪੱਗ ਗੁਰੂ ਦੀ ਸਮਝੀਏ, ਇਹਦਾ ਮਤਲਬ ਗੁਰੂ ਦੀ ਸਮਝੀ ਨਹੀਂ। ਇੱਕ ਬੰਨੇ ਪੱਗਾਂ ਵਾਸਤੇ ਤਾਂ ਅਸੀਂ ਜਾ ਕੇ ਦੂਜਿਆਂ ਦੇਸ਼ਾਂ ਦੇ ਵਿੱਚ ਮੋਰਚੇ ਲਾਉਂਦੇ ਹਾਂ, ਇੱਕ ਬੰਨੇ ਤਾਂ ਪੱਗਾਂ ਵਾਸਤੇ ਕਹਿੰਦੇ ਕਿ ਸਾਡੀ ਪੱਗ, ਸਾਡੀ ਦਸਤਾਰ ਨੂੰ ਖਤਰਾ ਹੈ ਨਹੀਂ, ਇਹਨੂੰ ਬਹਾਲ ਕਰਨਾ ਚਾਹੀਦਾ। ਜਿਹੜੇ ਦੇਸ਼ਾਂ ਵਿੱਚ ਦਸਤਾਰ ਬੰਨ੍ਹਣ 'ਤੇ ਪਾਬੰਦੀ, ਅਸੀਂ ਉੱਥੇ ਦਿਨ ਰਾਤ ਜ਼ੋਰ ਲਾਇਆ, ਕਿੰਨਾ ਪੈਸਾ ਲਾ ਰਹੇ, ਕਿੰਨੀਆਂ ਜਥੇਬੰਦੀਆਂ ਲੱਗੀਆਂ ਨੇ। ਤੇ ਜਦੋਂ ਉਹ ਲੋਕ ਵੇਖਦੇ ਹੋਣਗੇ, ਇੱਕ ਬੰਨੇ ਤਾਂ ਕਹਿੰਦੇ ਹੋਏ ਪੱਗ ਦੀ ਗੱਲ, ਦੂਜੇ ਬੰਨੇ ਆਪ ਹੀ ਲਾਈ ਜਾਂਦੇ ਹੋ। ਆਹ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਵੀ ਹੋਇਆ, ਗੁਰੂ ਘਰਾਂ ਦੇ ਅੰਦਰ ਹੁਣ ਥੋੜ੍ਹੇ ਦਿਨ ਹੋਏ ਨੇ। ਜਦੋਂ ਇਸ ਤਰ੍ਹਾਂ ਕੋਈ ਪ੍ਰਚਾਰਕ, ਠੀਕ ਹੈ ਕਿਸੇ ਦੀ ਗੱਲ ਫਿੱਟ ਬਹਿੰਦੀ ਹੈ, ਨਹੀਂ ਫਿੱਟ ਬਹਿੰਦੀ, ਇੱਕ ਵੱਖਰਾ ਵਿਸ਼ਾ, ਮੈਂ ਉਹ ਨਹੀਂ ਪੱਖ ਲੈਣਾ। ਕਿਸੇ ਦੀ ਗੱਲ ਤੁਹਾਨੂੰ ਫਿੱਟ ਬਵੇ ਨਾ ਬਵੇ, ਵੱਖਰੀ ਵਿਚਾਰ ਕਰ ਲਓ। ਜੇ ਨਹੀਂ ਗੱਲ ਜਿਹੜੀ ਫਿੱਟ ਬਹਿੰਦੀ, ਵੱਖਰਾ ਬਹਿ ਕੇ ਕਿਤੇ ਵਿਚਾਰਾਂ ਹੋ ਸਕਦੀਆਂ, ਪਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਣੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੀ ਸੰਗਤ ਵਿੱਚੋਂ ਉੱਠ ਕੇ ਕਿਸੇ ਦੇ ਗਲ ਪੈ ਜਾਣਾ, ਉੱਥੇ ਪੱਗਾਂ ਲਾ ਦੇਣੀਆਂ, ਲਾਲਾ ਹੋ ਜਾਣੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਤੇ ਦੂਜੇ ਬੰਨੇ ਕੀਰਤਨ ਹੋ ਰਿਹਾ, ਤੇ ਇੱਕ ਬੰਨੇ ਕੀਰਤਨ ਚੱਲ ਰਿਹਾ, ਦੂਜੇ ਬੰਨੇ ਪੱਗਾਂ ਲੈ ਰਹੀਆਂ। ਵੀਡੀਓ ਅੱਜ ਕੱਲ੍ਹ ਉਸੇ ਵੇਲੇ ਮੋਬਾਈਲ ਤਾਂ ਲੋਕਾਂ ਦੇ ਹੱਥਾਂ ਵਿੱਚ ਮਿੰਟੋ ਮਿੰਟੀ ਬਣਾ ਕੇ ਪਾ ਦਿੰਦੇ ਨੈੱਟ ਦੇ ਉੱਤੇ। ਤਾਂ ਬੜਾ ਮਨ ਨੂੰ ਇਹ ਦੁੱਖ ਲੱਗਾ ਹੈ ਇਸ ਚੀਜ਼ ਨੂੰ ਵੇਖ ਕੇ। ਤੇ ਇਹ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਸੀ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਾਧੀ ਬਖਸ਼ੋ, ਇਹ ਕਹਿ ਸਕਦੇ ਸੱਚੇ ਪਾਤਸ਼ਾਹ ਨੂੰ ਸੋਝੀ ਬਖਸ਼ੋ, ਉਹਨਾਂ ਨੂੰ ਸਮੱਤ ਬਖਸ਼ਿਸ਼ ਕਰੋ, ਆਪ ਹੀ ਕਿਰਪਾ ਕਰੋ, ਤਾਂ ਕਿ ਜੋ ਕੁਝ ਐਸਾ ਵਾਪਰਦਾ ਇਹ ਨਾ ਵਾਪਰੇ। ਔਰ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕੁਝ ਹੋ ਰਿਹਾ ਹੈ, ਇੱਕ ਵੱਖਰਾ ਵਿਸ਼ਾ ਹੈ। ਮੇਰੀ ਸਿਰ ਬੇਨਤੀ ਇੰਨੀ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਜੋ ਬਚਨ ਆਇਆ, ਸਾਹਿਬ ਕਹਿੰਦੇ ਗੁਰੂ ਦਾ ਸਿੱਖ ਤਾਂ ਜਿਹੜਾ ਉਹ ਸੰਸਾਰ ਦੇ ਅੰਦਰ ਹਰੇਕ ਦੇ ਵਿੱਚ ਜੋਤ ਨੂੰ ਵੇਖਦਾ, ਪਰਮਾਤਮਾ ਦੀ ਨੂੰ, ਉਹ ਆਪਣਾ ਨਹੀਂ ਦੂਜੇ ਦਾ ਸਤਿਕਾਰ ਪਹਿਲਾਂ ਮੁੱਖ ਰੱਖਦਾ ਹੈ। ਸਤਿਗੁਰੂ ਕਹਿੰਦੇ ਇਹ ਉਸ ਦੀ ਨਿਸ਼ਾਨੀ ਹੈ। ਜਿੱਥੇ ਗੁਰੂ ਦੇ ਦਰਸ਼ਨ ਆਪ ਕਰਦਾ, ਜਿੱਥੇ ਗੁਰੂ ਨੂੰ ਆਪ ਦੇਖਦਾ, ਉੱਥੇ ਦੂਜਿਆਂ ਦੇ ਅੰਦਰ ਵੀ ਸਤਿਕਾਰ ਰੱਖਦਾ, ਦੂਜਿਆਂ ਦਾ ਮਾਣ ਇੱਜ਼ਤ ਵੀ ਕਰਦਾ ਹੈ, ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਕਿ ਜੇ ਮੈਂ ਨਿਰੰਕਾਰ ਦੇ ਦਰਸ਼ਨ ਕਰਨੇ ਆ ਤੇ ਵਿੱਚ ਇਸ ਸੰਸਾਰ ਦੇ ਅੰਦਰ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ, ਉਹ ਕੁਦਰਤ ਵਿੱਚ ਪਰਮਾਤਮਾ ਆਪ ਹੈ, ਤੇ ਜੇ ਉਹਦੇ ਦੀਦਾਰ, ਜੇ ਉਹਦੇ ਲੁਕਾਈ ਵਿੱਚੋਂ ਨਹੀਂ ਹੋਏ ਤੇ ਹੋਰ ਕਿੱਥੋਂ ਲੱਭਦੇ ਫਿਰਦੇ ਆ। ਸਤਿਗੁਰੂ ਕਿਰਪਾ ਕਰਨ। ਗਰੀਬ ਨਿਵਾਜ ਪਾਤਸ਼ਾਹ ਕਹਿ ਰਹੇ ਨੇ, ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਤਰ ਆਪਣੇ ਗੁਰੂ ਦੇ ਸ਼ਬਦ ਨੂੰ ਵਸਾ ਲਿਆ। ਸ਼ਬਦ ਨੂੰ ਵਸਾਉਣ ਕਰਕੇ ਉਹ ਦੂਜਿਆਂ ਦਾ ਵੀ ਆਦਰ ਮਾਣ ਸਤਿਕਾਰ ਕਰਦਾ, ਸਭ ਦੇ ਅੰਦਰ ਉਸ ਹਰੀ ਦੀ ਜੋਤ ਨੂੰ ਦੇਖਦਾ ਹੈ। ਮੰਨਿਆ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸਨਾ ਭੁਖ ਸਭ ਜਾਏ। ਪਰਮ ਵਿਚਾਰ ਜਿਹੜੀ ਸਭ ਤੋਂ ਉੱਤਮ ਵਿਚਾਰ ਕਿਹੜੀ ਹੈ? ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇੱਕ ਤਾਂ ਇਹ ਕਿ ਸਭ ਤੋਂ ਉੱਤਮ ਵਿਚਾਰ ਸਤਿਗੁਰੂ ਦੇ ਆਖੇ ਲੱਗੀਏ, ਮੰਨ ਲਈਏ ਗੁਰੂ ਦੀ ਗੱਲ ਨੂੰ। ਅਸਲ ਵਿੱਚ ਸਭ ਤੋਂ ਉੱਤਮ ਵਿਚਾਰ ਇਹ ਹੈ ਕਿ ਗੁਰੂ ਦੇ ਬਚਨ ਨੂੰ ਮੰਨ ਲੈਣਾ ਚਾਹੀਦਾ, ਸਤ ਕਰਕੇ ਜਾਣ ਲੈਣਾ ਚਾਹੀਦਾ। ਜੇ ਮੰਨ ਲਈਏ
ਤਾਂ ਸਤਿਗੁਰੂ ਕਹਿੰਦੇ ਸਾਰੀਆਂ ਤ੍ਰਿਸ਼ਨਾ ਦੀਆਂ ਭੁੱਖਾਂ ਜਿਹੜੀਆਂ ਨੇ ਉਸ ਜੀਵ ਦੇ ਅੰਦਰੋਂ ਚਲੀਆਂ ਜਾਣਗੀਆਂ। ਹਉ ਸਦਾ ਸਦਾ ਬਲਹਾਰੀ ਗੁਰ ਆਪੋਨੇ, ਜੋ ਪ੍ਰਭ ਸੱਚਾ ਦੇ ਉਸ ਮਿਲਾਏ। ਗੁਰੂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਸਦਕੇ ਜਾਈਏ ਉਸ ਸਤਿਗੁਰੂ ਤੇ ਕੋਲੋਂ ਜਿਹਨੇ ਸੱਚੇ ਪਰਮਾਤਮਾ ਨਾਲ ਮਿਲਾ ਦਿੱਤਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਅਸੀਂ ਆਸਾ ਦੀ ਵਾਰ ਰੋਜ਼ ਸਰਵਣ ਕਰਦੇ ਹਾਂ ਨਾ ਗੁਰਮੁਖੋ, ਤੇ ਉਹਦੇ ਵਿੱਚ ਸਤਿਗੁਰਾਂ ਦੇ ਬਚਨ ਆਉਂਦੇ ਨੇ ਕਿ ਬਲਿਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਐਸੇ ਸਤਿਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਸੱਚਾ ਪਰਮਾਤਮਾ ਮਿਲਾ ਦਿੱਤਾ, ਉਸ ਸਤਿਗੁਰੂ ਤੋਂ ਸਦਕੇ ਜਾਈਏ, ਬਲਿਹਾਰ ਜਾਈਏ, ਕੁਰਬਾਨ ਜਾਈਏ। ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਨੀ ਲੱਗੇ ਆਏ। ਗਰੀਬ ਨਿਵਾਜ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਰਮਦਾਰ ਤੇ ਇੱਥੇ ਹੈ ਬਖਸ਼ਿਸ਼, ਸੱਚੇ ਤੋਂ ਭਾਵ ਹੈ ਸਦੀਵੀ ਤੌਰ ਤੇ ਹਰੀ ਪਰਮਾਤਮਾ ਵਾਹਿਗੁਰੂ ਦੀ ਉਹਨਾਂ ਉੱਤੇ ਬਖਸ਼ਿਸ਼ ਹੋ ਰਹਿੰਦੀ ਹੈ। ਸਦੀਵੀ ਤੌਰ ਤੇ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗ ਗਿਆ, ਜਿਨ੍ਹਾਂ ਦਾ ਗੁਰੂ ਚਰਨਾਂ ਵਿੱਚ ਮਨ ਜੁੜ ਗਿਆ ਸ਼ਬਦ ਵਿੱਚ, ਸਦੀਵੀ ਤੌਰ ਤੇ ਰਹਿਣ ਵਾਲੀ ਪਰਮਾਤਮਾ ਦੀ ਬਖਸ਼ਿਸ਼ ਉਹਨਾਂ ਦੇ ਉੱਤੇ ਵਰਤਦੀ ਰਹਿੰਦੀ ਹੈ। ਜਿਨ ਪ੍ਰਿਆ ਸੋ ਨੇਹੋ, ਸੇ ਸੱਜਣ ਮੈਂ ਨਾਲ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਅਸਲ ਵਿੱਚ ਉਹ ਸੱਜਣ ਨੇ ਜਿਹਨੂੰ ਪ੍ਰਭੂ ਪਰਮਾਤਮਾ ਨਾਲ ਪਿਆਰ ਹੈ। ਨੇਹ ਹੈ, ਸੁਨੇਹ ਹੈ। ਨਿਉ ਦਾ ਅਰਥ ਹੁੰਦਾ ਹੈ ਪਿਆਰ। ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਪਿਆਰੇ ਦੇ ਨਾਲ ਪਿਆਰ ਹੈ, ਸਨੇਹ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹ ਅਸਲ ਵਿੱਚ ਸੱਜਣ ਹੈ। ਇੱਥੇ ਭਾਵ ਬਣਿਆ ਸਤਸੰਗਤ ਰੂਪ। ਕਹਿੰਦੇ ਸਤਸੰਗੀ ਅਸਲ ਵਿੱਚ ਅਸਲੀ ਸੱਜਣ ਹਨ, ਜਿਨ੍ਹਾਂ ਸਤਸੰਗੀਆਂ ਵਿੱਚ ਬੈਠ ਕੇ ਹਰੀ ਪਰਮਾਤਮਾ ਵਾਹਿਗੁਰੂ ਦੇ ਨਾਲ ਪਿਆਰ ਸਨੇਹ ਬਣਦਾ ਹੈ। ਅੰਤਰ ਬਾਹਰ ਹਉ ਫਿਰਾਂ, ਪੀ ਹਿਰਦੈ ਰੱਖਾਂ ਸਮਾਲ। ਅਸਲ ਵਿੱਚ ਸਤ ਸੰਗਤ ਵਿੱਚ ਆ ਕੇ ਜਿਹੜੀ ਬਖਸ਼ਿਸ਼ ਮਿਲਦੀ ਹੈ ਉਹ ਇਹ ਮਿਲ ਜਾਂਦੀ ਹੈ ਵੀ ਜਿੱਥੇ ਵੀ ਰਹੀਏ, ਅੰਤਰ ਬਾਹਰ ਭਾਵ ਕਿ ਆਪਣੇ ਕਾਰੋਬਾਰ, ਕੰਮਕਾਰ, ਕਾਰ ਵਿਹਾਰ ਕਰਦਿਆਂ ਹੋਇਆਂ ਹਰ ਕੰਮ ਕਾਜ ਦੇ ਵਿੱਚ ਸਾਹਿਬ ਜੀ ਕਹਿੰਦੇ ਭੀ ਹਿਰਦੇ, ਫਿਰ ਭੀ ਹਿਰਦੇ ਰੱਖਾਂ ਸੰਭਾਲ। ਹਰ ਵੇਲੇ ਉਸ ਹਰੀ ਪਰਮਾਤਮਾ ਵਾਹਿਗੁਰੂ ਨੂੰ ਅੰਦਰ ਯਾਦ ਰੱਖਿਆ ਹੋਇਆ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਕਦੇ ਕਦੇ ਰੱਬ ਚੇਤੇ ਆ ਗਿਆ, ਕਦੇ ਕਦੇ ਭੁੱਲ ਗਿਆ। ਕਹਿੰਦੇ ਨਹੀਂ, ਹਰ ਵੇਲੇ, ਹਰ ਸਮੇਂ, ਹਰ ਘੜੀ, ਹਰ ਪਲ ਪਰਮਾਤਮਾ ਯਾਦ ਰਹਿੰਦਾ। ਆਪਣੇ ਕਾਰ ਵਿਹਾਰ ਕਿਰਤ ਵਿੱਚ ਵੀ ਉਸ ਹਰੀ ਪਰਮਾਤਮਾ ਵਾਹਿਗੁਰੂ ਨੂੰ ਯਾਦ ਰੱਖਿਆ ਜਾਂਦਾ ਹੈ, ਰੱਖ ਰਹੇ ਹਾਂ, ਰੱਖਣਾ ਚਾਹੀਦਾ ਹੈ। ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ, ਸਤਿਗੁਰ ਸੋ ਚਿਤ ਲਾਏ। ਜਿਨ੍ਹਾਂ ਨੇ ਹਰੀ ਪਰਮਾਤਮਾ ਵਾਹਿਗੁਰੂ ਨੂੰ ਇੱਕ ਮਨ ਤੇ ਇੱਕ ਚਿੱਤ ਹੋ ਕੇ ਧਿਆਇਆ ਹੈ ਨਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਬਾਣੀ ਵਿੱਚ ਭੱਟਾਂ ਦੇ ਸਵਈਆਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਤੇ ਭੱਟ ਸਾਹਿਬ ਬੇਨਤੀ ਕਰਦੇ ਨੇ, ਜਦੋਂ ਗੁਰੂ ਸਾਹਿਬਾਂ ਦੀ ਸਿਫਤ ਕਰਦੇ ਨੇ, ਗੁਰ ਨਾਨਕ ਭਗਤ ਕਰੀ ਇੱਕ ਮਨ। ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਦੀ ਭਗਤੀ ਕਿਵੇਂ ਕੀਤੀ? ਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਕਹਿੰਦੇ ਆਪਣਾ ਸਾਰਾ ਕੁਝ ਸਮਰਪਿਤ ਕੀਤਾ ਅਕਾਲ ਪੁਰਖ ਵਾਹਿਗੁਰੂ ਨੂੰ, ਇੱਕ ਮਨ ਹੋ ਕੇ ਉਸ ਹਰੀ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਆਰਾਧਨਾ ਕੀਤੀ। ਤੇ ਸਾਹਿਬ ਕਿਰਪਾ ਕਰਦੇ ਨੇ ਇੱਕ ਮਨ ਚਿੱਤ ਹੋ ਕੇ ਉਸ ਹਰੀ ਪਰਮਾਤਮਾ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ। ਜਿਹੜੇ ਧਿਆ ਰਹੇ ਨੇ, ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੌ ਚਿੱਤ ਲਾਏ। ਜਿਨ੍ਹਾਂ ਦਾ ਚਿੱਤ ਹਰੀ ਪਰਮਾਤਮਾ ਗੁਰੂ ਪਰਮੇਸ਼ਰ ਦੇ ਨਾਲ ਲੱਗਿਆ ਹੋਇਆ ਹੈ। ਤਿਨ ਕੀ ਦੁਖ ਭੁਖ ਹਉਮੈ ਵੱਡਾ ਰੋਗ ਗਿਆ, ਨਿਰਦੋਖ ਭਏ ਲਿਵ ਲਾਏ। ਨਿਰਦੋਖ ਤੋਂ ਭਾਵ ਹੈ ਕਿ ਵਾਸ਼ਨਾ ਰਹਿਤ, ਵਿਕਾਰਾਂ ਰਹਿਤ ਉਹ ਹਿਰਦੇ ਦੇ ਤੌਰ ਤੇ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਸਾਰੀ ਭੁੱਖ ਚਲੇ ਗਈ, ਹਉਮੈ ਦਾ ਰੋਗ ਵੀ ਅੰਦਰੋਂ ਵੱਡਾ ਜਿਹੜਾ ਸੀ ਇਹ ਵੀ ਚਲਿਆ ਗਿਆ, ਤੇ ਸਦਾ ਵਾਸਤੇ ਉਸ ਹਰੀ ਪਰਮਾਤਮਾ ਨਾਲ ਸੁਰਤ ਜੁੜ ਗਈ ਉਹਨਾਂ ਦੀ। ਗੁਣ ਗਾਵਹਿ ਗੁਣ ਉੱਚ ਰਹੈ, ਗੁਣ ਮਹਿ ਸਵੈ ਸਮਾਏ। ਉਹ ਹਰੀ ਪਰਮਾਤਮਾ ਦੀ ਵਡਿਆਈ ਸਿਫਤ ਕਰਦਿਆਂ ਉਹਦੇ ਵਿੱਚ ਸਮਾ ਜਾਂਦੇ ਨੇ। ਕਹਿਣੇ ਵਾਲੇ ਤੇਰੇ ਰਹਿ ਸਮਾਏ। ਕਹਿੰਦਿਆਂ ਪਰਮਾਤਮਾ ਦੇ ਗੁਣਾਂ ਨੂੰ ਗੁਣਾਂ ਵਿੱਚ ਹੀ ਸਮਾ ਜਾਂਦੇ ਹਨ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਸਾਹਿਬ ਕਿਰਪਾ ਕਰਦੇ ਨੇ ਕਿ ਇਹ ਪੂਰੇ ਗੁਰੂ ਤੋਂ ਦਾਤ ਮਿਲਦੀ ਹੈ। ਕਿਹੜੀ ਦਾਤ? ਆਤਮਕ ਅਡੋਲਤਾ ਵਾਲੀ। ਸਹਿਜ ਦਾ ਅਰਥ ਹੁੰਦਾ ਆਤਮਕ ਅਡੋਲਤਾ। ਇਹ ਆਤਮਕ ਅਡੋਲਤਾ ਦੀ ਦਾਤ ਵੀ ਜਿਹੜੀ ਹੈ ਪੂਰੇ ਸਤਿਗੁਰੂ ਤੋਂ ਮਿਲਦੀ ਹੈ। ਜਦੋਂ ਆਤਮਕ ਅਡੋਲਤਾ ਬਣ ਜਾਂਦੀ ਹੈ,
ਪ੍ਰਭੂ ਪਰਮਾਤਮਾ ਵਾਹਿਗੁਰੂ ਹਿਰਦੇ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਸਾਹਿਬ ਕਿਰਪਾ ਕਰਦੇ ਨੇ ਕਿ ਇਹੀ ਅਸਲ ਵਿੱਚ ਪ੍ਰਭੂ ਪਰਮਾਤਮਾ ਦਾ ਪ੍ਰਗਟ ਹੋਣਾ ਕਿ ਆਤਮਿਕ ਅਡੋਲਤਾ ਬਣ ਜਾਂਦੀ, ਕਦੀ ਵਾਸਤੇ ਉਹ ਜੀਵ ਡੋਲਦਾ ਨਹੀਂ। ਮਨ ਮੁਖ ਮਾਇਆ ਮੋਹ ਹੈ, ਨਾਮ ਨ ਲੱਗੈ ਪਿਆਰ। ਪਰ ਫਿਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਇਸ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਕਿ ਜਿਹੜਾ ਮਨ ਪਿੱਛੇ ਤੁਰਨ ਵਾਲਾ ਹੈ ਉਹ ਮਾਇਆ ਦੇ ਹਮੇਸ਼ਾ ਹੀ ਮੋਹ ਵਿੱਚ ਫਸਿਆ ਰਹਿੰਦਾ, ਉਹਦਾ ਮਨ ਕਦੀ ਵੀ ਨਾਮ ਦੇ ਵਿੱਚ ਲੱਗਦਾ ਨਹੀਂ, ਉਹ ਕਦੀ ਵੀ ਵਾਹਿਗੁਰੂ ਦੇ ਨਾਮ ਨੂੰ ਪਿਆਰ ਕਰਦਾ ਨਹੀਂ, ਉਹਦਾ ਕਦੇ ਵਾਸਤੇ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਨ ਨੂੰ, ਉਹਦੀ ਯਾਦ ਲਿਆਉਣ ਨੂੰ ਕਦੀ ਵਾਸਤੇ ਤੁਰਦਾ ਹੀ ਨਹੀਂ, ਕਿਉਂਕਿ ਹਰ ਵੇਲੇ ਮਾਇਆ ਦਾ ਮੋਹ ਅੰਦਰ ਬੈਠਾ ਹੋਇਆ, ਜਿਹਦਾ ਕਰਕੇ ਪਰਮਾਤਮਾ ਵਿਸਰ ਗਿਆ ਉਹਨੂੰ ਕਦੇ ਵੀ ਪਰਮਾਤਮਾ ਦੀ ਯਾਦ ਨਹੀਂ ਆਉਂਦੀ। ਕੂੜ ਕਮਾਵੈ ਕੂੜ ਸੰਗਰੈ, ਕੂੜ ਕਰੈ ਆਹਾਰ। ਉਹ ਹਮੇਸ਼ਾ ਤੌਰ ਤੇ ਉਹਨਾਂ ਚੀਜ਼ਾਂ ਨੂੰ ਇਕੱਤਰ ਕਰੀ ਜਾਂਦਾ ਜੋ ਬਿਨਸ ਜਾਣ ਵਾਲੀਆਂ, ਖਤਮ ਹੋ ਜਾਣ ਵਾਲੀਆਂ ਨੇ, ਉਹਨਾਂ ਨੂੰ ਇਕੱਠਿਆਂ ਕਰਨ ਵਿੱਚ ਲੱਗਾ ਹੋਇਆ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਸੰਗ੍ਰਹਿ ਦਾ ਅਰਥ ਹੈ ਇਕੱਠਿਆਂ ਕਰਨਾ, ਉਸੇ ਨੂੰ ਇਕੱਠੇ ਕਰਨ ਵਿੱਚ, ਕਮਾਉਣ ਵਿੱਚ, ਆਹਾਰ ਵਿੱਚ ਲੱਗਾ ਹੋਇਆ ਹੈ। ਵਿਖ ਮਾਇਆ ਤਨ ਸੰਚ ਮਰਹਿ, ਅੰਤ ਹੋਏ ਸਭ ਛਾਲ। ਪਰ ਸਾਹਿਬ ਜੀ ਕਹਿੰਦੇ ਜਿਹੜਾ ਵਿਖ ਜ਼ਹਿਰ ਹੈ ਨਾ, ਜਿਹੜਾ ਇਕੱਠਾ ਕਰਦਾ ਜੀਵ, ਸਤਿਗੁਰੂ ਕਹਿੰਦੇ ਧਨ ਇਹ ਸੰਚਦਾ ਇਕੱਤਰ ਕਰਦਾ ਆਖਰਕਾਰ ਮਰ ਜਾਂਦਾ ਤੇ ਸਾਰਾ ਕੁਝ ਸਵਾਹ ਹੋ ਜਾਂਦਾ ਹੈ। ਹੁਣ ਆਪਾਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਗੁਰਮੁਖੋ ਇਹਦਾ ਮਤਲਬ ਇਹ ਨਹੀਂ ਲੈ ਲੈਣਾ ਕਿ ਕੀ ਜੀਵ ਨੇ ਆਪਣੀ ਮਿਹਨਤ ਨਹੀਂ ਕਰਨੀ, ਉਹਨੇ ਕਿਰਤ ਨਹੀਂ ਕਰਨੀ। ਜੇ ਕਿਰਤ ਨਹੀਂ ਕਰੇਗਾ ਤੇ ਸਤਿਗੁਰੂ ਕਹਿੰਦੇ ਨੇ ਜੇ ਕਿਰਤ ਹੀ ਨਹੀਂ ਕਰੇਗਾ, ਮਿਹਨਤ ਹੀ ਨਹੀਂ ਕਰੇਗਾ ਤੇ ਦੂਜਿਆਂ ਨੂੰ ਕਿਵੇਂ ਦੇ ਸਕਦਾ ਕੁਝ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਦਮ ਕਰੇਂਦਿਆਂ ਜੀਓ ਤੂੰ, ਉਦਮ ਕਰੇਗਾ ਤਾਂ ਹੀ ਕੁਝ ਮਿਲੇਗਾ ਨਾ। ਪਰ ਅਗਲੀ ਜਿਹੜੀ ਬਚਨ ਹੈ ਨਾ ਉਹਨੂੰ ਜ਼ਰੂਰ ਯਾਦ ਰੱਖਣਾ ਕਿ ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਹ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਆਪਣੀ ਕਾਰ ਕਿਰਤ ਵਿਹਾਰ ਕਰਦਿਆਂ ਹੋਇਆਂ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਣਾ, ਕਿਉਂਕਿ ਜਿਹੜੇ ਤਿੰਨ ਬਚਨ ਤਾਂ ਹੀ ਕਮਾ ਸਕਦੇ ਨੇ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲਾ। ਜੇ ਹੁਣ ਕਿਰਤ ਕਰਾਂਗੇ, ਉਦਮੀ ਹੋਵਾਂਗੇ, ਨਾਮ ਜਪਾਂਗੇ, ਤੇ ਜੇ ਕਿਰਤ ਦੇ ਨਾਲ ਨਾਲ ਹੋਵੇਗੀ ਕੋਲ ਤੇ ਵੰਡ ਕੇ ਤਾਂ ਹੀ ਛਕ ਸਕਦੇ ਹਨ। ਜੇ ਕੋਲ ਹੋਵੇਗਾ ਹੀ ਨਹੀਂ ਤੇ ਵੰਡ ਕੇ ਕੀ ਛਕਾਂਗੇ। ਤਾਂ ਇਹਦਾ ਅਰਥ ਇਹ ਨਾ ਲੈ ਲੈਣਾ ਕਿ ਮਹਾਰਾਜ ਜੀ ਕਹਿੰਦੇ ਇਹ ਤਾਂ ਸਾਰਾ ਕੁਝ ਜਿਹੜਾ ਹੈ ਸਵਾਹ ਹੋ ਜਾਣਾ ਤੇ ਸਵਾਹ। ਇਹ ਗੱਲ ਮਨ ਵਿੱਚ ਧਾਰ ਕੇ ਰੱਖਣੀ ਹੈ ਵੀ ਹੈ ਆਖਿਰਕਾਰ ਸਾਰਾ ਕੁਝ ਸਵਾਹ ਹੋਣ ਵਾਲਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹਨੂੰ ਇਹ ਨਹੀਂ ਕਿ ਜਪੇ ਮਾਰ ਕੇ ਜਮਾ ਕਰਕੇ ਬੰਦਾ ਬੈਠਾ ਰਵੇ ਤੇ ਵਰਤੇ, ਕਦੇ ਸੋਚੇ ਹੀ ਨਾ ਵੀ ਕਿਉਂ ਐਸਾ ਹੁੰਦਾ ਰਿਹਾ। ਔਰ ਅੱਜ ਵੀ ਐਸਾ ਹੋ ਜਾਂਦਾ। ਤੁਸੀਂ ਕਈ ਵਾਰ ਦੇਖੋ ਕਿ ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਧਨ ਹੈ ਕਿੱਥੇ ਨੱਪਿਆ ਹੀ ਰਹਿ ਜਾਂਦਾ ਹੈ ਜ਼ਮੀਨ ਦੇ ਵਿੱਚ। ਬਚਨ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ, ਜਿਉ ਕਿਰਪਨ ਕੇ ਨਿਰਾਰਥ ਦਾਮ। ਸਤਿਗੁਰੂ ਕਹਿੰਦੇ ਕੀ ਫਾਇਦਾ ਉਹਦਾ ਜਿਹੜਾ ਕੰਜੂਸ ਬੰਦਾ, ਉਹਦੇ ਦਾਮਾਂ ਦਾ ਲਾਭ ਕੀ ਹੋਇਆ? ਨਾ ਪਰਿਵਾਰ ਨੂੰ, ਨਾ ਸਮਾਜ ਨੂੰ, ਕਿਸੇ ਨੂੰ ਲਾਭ ਨਾ ਹੋਇਆ। ਭਾਵ ਕਿ ਸਾਰੇ ਦੇ ਸਾਰੇ ਜਿਹੜੇ ਹੈ ਉਹ ਵਿਅਰਥ ਹੋ ਗਏ, ਉਹਨਾਂ ਦਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਕੋਈ ਲਾਭ ਨਾ ਹੋਇਆ ਕਿਸੇ ਜੀਵ ਨੂੰ। ਤੋ ਇੱਥੇ ਸਾਹਿਬ ਕਿਰਪਾ ਕਰਦੇ ਨੇ ਕਿ ਜੇ ਜਿਹੜੀਆਂ ਚੀਜ਼ਾਂ ਨੇ, ਪਦਾਰਥ ਨੇ, ਇਹਨਾਂ ਨੂੰ ਜੀਵ ਨੇ ਆਪਣੀ ਵਰਤੋਂ ਵਾਸਤੇ ਲੋੜ ਹੈ, ਹਰ ਚੀਜ਼ ਦੀ ਬੰਦੇ ਨੂੰ ਲੋੜ ਹੈ। ਤੇ ਜੇ ਉਹਨੂੰ ਲੋੜ ਪੂਰੀ ਕਰਨ ਵਾਸਤੇ ਮਿਹਨਤ ਕਰੇਗਾ ਤੇ ਲੋੜਾਂ ਤਾਂ ਪੂਰੀਆਂ ਹੋਣਗੀਆਂ। ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰਨਾ, ਸਮਾਜ ਦਾ ਭਲਾ ਵੀ ਕਰਨਾ। ਤੋ ਸਤਿਗੁਰੂ ਇੱਥੇ ਕਿਰਪਾ ਕਰਦੇ, ਜਿਹੜਾ ਮਨ ਪਿੱਛੇ ਤੁਰਨ ਵਾਲਾ ਹੈ ਉਹ ਕੇਵਲ ਇਸ ਬੰਨੇ ਲੱਗਿਆ, ਪਰ ਜਿਹੜਾ ਦਾਤਾ ਦੇ ਰਿਹਾ ਦਾਤਾ ਨੂੰ ਉਹਨੂੰ ਮਨ ਵਿੱਚ ਨਹੀਂ ਵਸਾਉਂਦਾ। ਇਹ ਬਚਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਤੇ ਕਰ ਰਹੇ ਨੇ। ਸਾਹਿਬ ਕਹਿੰਦੇ ਨੇ ਅੰਤ ਸਮੇਂ ਫਿਰ ਕੀ ਸਭ ਕੁਝ ਸਵਾਹ ਹੋ ਜਾਣਾ ਹੈ, ਜਿਸ ਨੂੰ ਇਕੱਤਰ ਕਰਦਿਆਂ ਸਾਰੀ ਜ਼ਿੰਦਗੀ ਲਾ ਦਿੱਤੀ। ਪਰ ਜਿਸ ਨਿਰੰਕਾਰ ਨੇ ਇੰਨਾ ਸੋਹਣਾ ਸਰੀਰ ਦੇ ਕੇ ਇਸ ਕਿਰਤ ਵਾਲੇ ਬੰਨੇ ਲਾਇਆ ਸੀ, ਉਸ ਨਿਰੰਕਾਰ ਨੂੰ ਜਿੰਨਾ ਯਾਦ ਨਾ ਕੀਤਾ, ਉਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਆਪ ਵੀ ਅੰਤ ਹੋ ਗਿਆ, ਇਹਨਾਂ ਪਦਾਰਥਾਂ ਨੇ ਵੀ ਨਾਲ ਹੀ ਸਵਾਹ ਹੋ ਗਏ। ਕਰਮ ਧਰਮ ਸੁਚ ਸੰਜਮ ਕਰਹਿ, ਅੰਤਰ ਲੋਭ ਵਿਕਾਰ। ਅੰਦਰੋਂ ਜੇ ਜੀਵ ਦੇ ਉਹ ਵਿਕਾਰ ਨਹੀਂ ਗਏ, ਲੋਭ ਨਹੀਂ ਗਿਆ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਬਚਨ ਉਹੀ ਆ ਗਿਆ, ਕਰਮ ਧਰਮ ਸੁਚ ਸੰਜਮ ਕਰੇ। ਧਰਮ ਦੇ ਨਾਂ ਤੇ ਇਹਨੂੰ ਨਾ ਧਰਮ ਦਾ ਦੇਣਾ ਤੇ ਕਰਨੇ ਫੋਕਟ ਦੇ ਕਰਮ ਕਰਨੀ ਮਨਮਤ, ਨਾ ਧਰਮ ਦਾ ਦੇਣਾ। ਸਤਿਗੁਰੂ ਕਹਿੰਦੇ ਉਹ ਜਿਹੜੇ ਜੀਵ ਹਨ ਲੋਭ ਦੇ ਅੰਦਰ ਵਿਕਾਰੀ ਬਣੇ ਹੋਏ ਜੀਵ ਨੇ, ਉਹਨਾਂ ਦਾ ਕਦੇ ਭਲਾ ਨਹੀਂ ਹੋ ਸਕਦਾ। ਜਿਨ੍ਹਾਂ ਨੇ ਆਪਣੇ ਅੰਦਰੋਂ ਧਰਮ ਨੂੰ ਕਮਾਇਆ ਨਹੀਂ, ਪਰ ਧਰਮ ਦੇ ਨਾਂ ਤੇ ਕੇਵਲ ਪਖੰਡ ਕੀਤਾ ਹੈ, ਉਹਨਾਂ ਜੀਵਾਂ ਨੂੰ ਜ਼ਿੰਦਗੀ ਵਿੱਚ ਕੋਈ ਲਾਭ ਨਹੀਂ ਹੁੰਦਾ। ਨਾਨਕ ਮਨਮੁਖ ਜੇ ਕਮਾਵੈ, ਸੋ ਥਾਇ ਨਾ ਪਵੈ, ਦਰਗਹਿ ਹੋਏ ਖੁਆਰ। ਕਿਉਂਕਿ ਇਸ ਸ਼ਲੋਕ ਦੇ ਵਿੱਚ ਮਨ ਪਿੱਛੇ ਤੁਰਨ ਵਾਲੇ ਜੀਵ ਦਾ ਹੀ ਸਤਿਗੁਰੂ ਮਹਾਰਾਜ ਜੀ ਨੇ ਬਿਆਨ ਕੀਤਾ। ਹੁਣ ਸਾਹਿਬ ਜੀ ਕਿਰਪਾ ਕਰਦੇ ਨੇ ਅਖੀਰਲੀ ਪੰਕਤੀ ਵਿੱਚ ਕਿ ਨਾਨਕ ਮਨਮੁਖ ਜੇ ਕਮਾਵੇ। ਹੇ ਨਾਨਕ, ਜਿਹੜਾ ਮਨ ਪਿੱਛੇ ਤੁਰਨ ਵਾਲਾ ਜੀਵ ਇਸ ਤਰ੍ਹਾਂ ਦੀ ਜੇ ਕੋਈ ਕਮਾਉਂਦਾ ਸੋ ਥਾਏ ਨਾ ਪਵੇ। ਉਹਦਾ ਥਾਏ ਕਿਵੇਂ ਪੈ ਸਕਦਾ ਜੇ ਗੁਰੂ ਦੀ ਗੱਲ ਨੂੰ ਮੰਨਦਾ ਹੀ ਨਹੀਂ ਹੈ? ਤਾਂ ਸਤਿਗੁਰੂ ਕਹਿੰਦੇ ਉਹਦਾ ਥਾਏ ਨਹੀਂ ਕਦੇ ਪਵੇਗਾ। ਫਿਰ ਦਰਗਹਿ ਹੋਏ
ਖੁਆਰ ਪ੍ਰਭੂ ਦੇ ਦਰਬਾਰ ਵਿੱਚ, ਪ੍ਰਭੂ ਦੀ ਹਜ਼ੂਰੀ ਵਿੱਚ ਉਸ ਨੂੰ ਖੁਆਰੀ ਹੀ ਪੱਲੇ ਪੈਂਦੀ ਹੈ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਈ। ਰਾਗ ਇੱਕ ਬਰਤਨ ਹੈ, ਰਾਗ ਇੱਕ ਭਾਂਡਾ ਹੈ। ਸੋਨੇ ਦਾ ਬਰਤਨ ਨੂੰ ਆਮ ਤੌਰ ਤੇ ਵਿਦਵਾਨ ਕਹਿੰਦੇ ਨੇ। ਇਹ ਬਰਤਨ ਹੈ, ਭਾਂਡਾ ਹੈ, ਇਹਦੇ ਵਿੱਚ ਮਨੁੱਖ ਨੇ ਕੀ ਪਾਉਣਾ ਹੈ, ਇਹ ਮਨੁੱਖ ਦੀ ਸੋਚ ਹੈ। ਰਾਗ ਮਾੜੀ ਚੀਜ਼ ਨਹੀਂ, ਰਾਗ ਦੇ ਰਾਹੀਂ ਉਹ ਦੇ ਕੀ ਰਿਹਾ ਸਮਾਜ ਨੂੰ, ਵੇਖਣਾ ਤੇ ਇਹ ਹੈ ਨਾ। ਹੁਣ ਇੱਕ ਬੰਦਾ ਰਾਗ ਕਵੇ ਮੈਂ ਰਾਗ ਗਾਉਣਾ ਜੀ, ਰਾਗ ਤੋਂ ਬਾਹਰ ਨਹੀਂ ਮੈਂ ਜਾਂਦਾ, ਮੈਂ ਰਾਗਾਂ ਵਿੱਚ ਰਹਿਣਾ, ਪਰ ਦੇਵੇ ਲੱਚਰਵਾਦ, ਤੇ ਉਸ ਰਾਗ ਦਾ ਕੀ ਲਾਭ ਹੋਇਆ। ਪਰ ਇੱਕ ਰਾਗ ਉਹ ਹੈ ਜਿਹੜਾ ਰਾਗ ਗਾਉਣ ਨਾਲ ਕਿਸੇ ਨੂੰ ਅੰਦਰ ਦਾ ਸਕੂਨ ਮਿਲ ਜਾਏ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਰਾਗਾਂ ਵਿੱਚ ਹੀ, 31 ਰਾਗਾਂ ਵਿੱਚ ਹੈ। ਤੋ ਸਾਹਿਬ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਸੀ, ਕਿਉਂਕਿ ਇਸਲਾਮ ਮਤ ਵਿੱਚ ਕਿਹਾ ਜਾਂਦਾ ਸੀ ਵੀ ਰਾਗ ਬੜੀ ਮਾੜੀ ਚੀਜ਼ ਹੈ, ਸਤਿਗੁਰੂ ਨੇ ਕਿਹਾ ਰਾਗ ਮਾੜਾ ਨਹੀਂ, ਰਾਗ ਦੀ ਵਰਤੋਂ ਕਰਨ ਵਾਲਿਆਂ ਨੂੰ ਮਾੜਾ ਕਹਿ ਸਕਦੇ ਹੋ ਤੁਸੀਂ, ਰਾਗ ਨੂੰ ਮਾੜਾ ਨਾ ਕਹੋ। ਇੱਥੇ ਸਾਹਿਬ ਜੀ ਕਹਿੰਦੇ ਨੇ ਵੀ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਭਈ ਰਾਗ ਮਾੜੇ ਨਹੀਂ, ਇਸ ਰਾਗ ਰਾਹੀਂ ਦਿੱਤਾ ਕੀ ਜਾ ਰਿਹਾ ਸਮਾਜ ਨੂੰ ਲੈਣਾ ਤੇ ਉਸ ਚੀਜ਼ ਨੂੰ ਹੈ। ਸਾਹਿਬ ਕਹਿੰਦੇ ਜੇ ਇਸ ਰਾਗ ਦੇ ਨਾਲ ਵਡਿਆਈ ਹੋ ਰਹੀ ਹੈ, ਮਾਲਕ ਦੀ ਸਿਫਤ ਹੋ ਰਹੀ ਹੈ, ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਈ ਇਸ ਦੇ ਵਿੱਚ ਭਲਾ ਹੈ। ਕਿਉਂ? ਕਿਉਂਕਿ ਜਿਤ ਵਸਿਆ ਮਨ ਆਏ। ਜੇ ਕੋਈ ਇਸ ਰਾਗ ਦੇ ਰਾਹੀਂ ਗੁਰੂ ਦੇ ਸ਼ਬਦ ਨੂੰ ਗਾ ਕੇ ਕਿਸੇ ਦੇ ਮਨ ਵਿੱਚ ਹਰੀ ਪ੍ਰਮਾਤਮਾ ਵਸ ਜਾਏ ਤਾਂ ਸਾਹਿਬ ਕਹਿੰਦੇ ਰਾਗ ਮਾੜਾ ਨਹੀਂ, ਚੰਗਾ ਹੈ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਨਾਦ ਸੀ ਜਿਹੜੇ ਜੋਗੀ ਸਿੰਘੀ ਵਜਾਉਂਦੇ ਸਨ, ਉਹਨੂੰ ਨਾਦ ਸ਼ਬਦ ਵਰਤਿਆ ਗੁਰੂ ਸਾਹਿਬ ਜੀ ਨੇ। ਇੱਥੇ ਸਾਹਿਬ ਜੀ ਕਹਿੰਦੇ ਨੇ ਇਹ ਰਾਗ ਤੇ ਨਾਦ ਜੇ ਇਹਨਾਂ ਦੇ ਰਾਹੀਂ ਹਰੀ ਪ੍ਰਮਾਤਮਾ ਚੇਤੇ ਆ, ਯਾਦ ਹੈ, ਸੱਚ ਉਸ ਰਾਗਾਂ ਦੇ ਰਾਹੀਂ ਪ੍ਰਗਟ ਹੋ ਰਿਹਾ ਹੈ, ਤੇ ਮੇਰੇ ਸਾਹਿਬ ਜੀ ਕਹਿੰਦੇ ਕੀਮਤ ਕਹੀ ਨਾ ਜਾਏ। ਫਿਰ ਇਹਨਾਂ ਦੀ ਕੋਈ ਕੀਮਤ ਥੋੜਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ ਹੈ। ਰਾਗੈ ਨਾਦੈ ਬਾਹਰਾ, ਇੰਨੀ ਹੁਕਮ ਨਾ ਬੂਝਿਆ ਜਾਏ। ਇਹ ਗੱਲ ਜ਼ਰੂਰ ਯਾਦ ਰੱਖਣੀ ਕਿ ਰੱਬ ਇਹਨਾਂ ਰਾਗਾਂ ਨਾਦਾਂ ਤੋਂ ਬਾਹਰ ਹੈ। ਮਤਲਬ ਕੁਛ ਸੋਚੇ ਕਿ ਮੈਂ ਰਾਗ ਦਾ ਬੜਾ ਮਾਹਰ ਹੈ ਤੇ ਰਾਗਾਂ ਰਾਹੀਂ ਰੱਬ ਮਿਲ ਜਾਏਗਾ, ਉਹ ਰਾਗ ਦੇ ਨਾਲ ਤੋਂ ਪਰੇ ਦੀ ਗੱਲ ਹੈ, ਉਹ ਇਹਨਾਂ ਵਿੱਚ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਾਂ ਰਾਗ ਜੀਵ ਨੇ ਗਾ ਕੇ ਰਾਗ ਦੇ ਰਾਹੀਂ ਉਸ ਨਿਰੰਕਾਰ ਦੀ ਸਿਫਤ ਜ਼ਰੂਰ ਕਰੇ, ਪਰ ਉਹਨੂੰ ਪਰਮਾਤਮਾ ਨੂੰ ਨਾ ਕਹਿ ਦੇਵੇ ਵੀ ਕੇਵਲ ਰਾਗਾਂ ਵਿੱਚ ਹੀ ਬੱਝਾ ਹੋਇਆ। ਉਹ ਰਾਗ ਦੇ ਨਾਲ ਤੋਂ ਸਤਿਗੁਰੂ ਕਹਿੰਦੇ ਬਾਹਰ ਹੈ, ਉਹ ਇਹਦੇ ਵਿੱਚ ਨਹੀਂ ਆਉਂਦਾ। ਨਾਨਕ ਹੁਕਮ ਬੂਝੈ, ਤਿੰਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ। ਸਾਹਿਬ ਕਿਰਪਾ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਹੁਕਮ ਦੀ ਖੇਡ ਨੂੰ ਸਮਝ ਲਿਆ, ਬੁੱਝ ਲਿਆ ਹੈ। ਮੇਰੇ ਸਾਹਿਬ ਕਹਿੰਦੇ ਰਾਸ ਹੋਏ, ਉਹਨਾਂ ਨੂੰ ਇਹ ਰਾਸ ਆ ਗਈ। ਕਿਹੜੀ ਰਾਸ ਆ ਗਈ ਚੀਜ਼? ਕਿ ਜਦੋਂ ਉਹਨਾਂ ਨੇ ਹਰੀ ਪ੍ਰਮਾਤਮਾ ਵਾਹਿਗੁਰੂ ਦੀ ਵਡਿਆਈ ਕੀਤੀ, ਸਿਫਤ ਕੀਤੀ ਮਾਲਕ ਦੀ, ਰਾਗਾਂ ਦੇ ਰਾਹੀਂ ਬੋਲ ਕੇ ਕੀਤੀ ਜਾਂ ਕਿਸੇ ਢੰਗ ਤਰੀਕੇ ਨਾਲ ਵੀ ਪ੍ਰਮਾਤਮਾ ਦੀ ਸਿਫਤ ਕੀਤੀ। ਇੱਕ ਸ਼ਬਦ ਹੁੰਦਾ ਕੀਰਤਨ, ਕੀਰਤੀ, ਇਹਦਾ ਮਤਲਬ ਹੁੰਦਾ ਵਾਹਿਗੁਰੂ ਦੀ ਸਿਫਤ ਸਲਾਹ ਕਿਸੇ ਰੂਪ ਵਿੱਚ ਵੀ ਜੀਵ ਕਰ ਰਿਹਾ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਰਾਸ ਆ ਗਈ। ਕਿਵੇਂ ਆ ਗਈ? ਸਤਿਗੁਰ ਤੇ ਸੋਝੀ ਪਾਏ, ਹੁਕਮ ਨੂੰ ਬੁੱਝ ਲਿਆ, ਹੁਕਮ ਦੀ ਖੇਡ ਨੂੰ ਜਾਣ ਲਿਆ। ਤਾਂ ਸਤਿਗੁਰ ਸਾਹਿਬ ਕਹਿੰਦੇ ਜਿਹਨੇ ਹੁਕਮ ਨੂੰ ਬੁੱਝ ਲਿਆ ਉਹਨੂੰ ਇਹ ਸਮਝ ਆ ਗਈ ਜੋ ਮੈਂ ਕਰ ਰਿਹਾ ਇਹ ਰਾਸ ਤਾਂ ਆ ਸਕਦਾ ਹੈ ਕਿ ਇਹਦੇ ਵਿੱਚ ਗੁਰੂ ਕੀ ਵਰਤਾ ਰਿਹਾ, ਉਸ ਚੀਜ਼ ਨੂੰ ਸਮਝ ਲਿਆ। ਤਾਂ ਸਾਹਿਬ ਜੀ ਕਹਿੰਦੇ ਇਹ ਸੋਝੀ ਸਤਿਗੁਰੂ ਤੋਂ ਮਿਲ ਗਈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਬਖਸ਼ਿਸ਼ ਕਰਨ। ਆਪਾਂ ਸ਼ਬਦ ਦੀ ਜਿਹੜੀ ਸਮਾਪਤੀ ਹੈ ਅਖੀਰਲੀ ਪੰਕਤੀ ਕਰਕੇ ਕਰਾਂਗੇ, ਕਿਉਂਕਿ ਸਾਡੇ ਕੋਲੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਇੰਗਲੈਂਡ ਵਾਲੇ ਪਹੁੰਚੇ ਹੋਏ ਨੇ, ਗੁਰਮੁਖ ਪਿਆਰੇ। ਅੱਗੇ ਵੀ ਉਹਨਾਂ ਨੇ ਸੰਗਤਾਂ ਦੇ ਦਰਸ਼ਨ ਇੱਕ ਵਾਰ ਕੀਤੇ ਸਨ, ਸੋ ਉਹ ਸਾਡੇ ਕੋਲੇ ਪਹੁੰਚੇ ਹੋਏ ਨੇ, ਉਹਨਾਂ ਨੇ ਵੀ ਸਮਾਂ ਲੈਣਾ ਹੈ। ਆਓ ਅਖੀਰਲੀ ਇੱਕ ਪੰਕਤੀ ਪੜ੍ਹ ਕੇ ਆਪਾਂ ਫਿਰ ਸਮਾਪਤੀ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਹਨਾਂ ਹੁਕਮ ਦੀ ਖੇਡ ਨੂੰ ਜਾਣ ਲਿਆ ਉਹਨਾਂ ਨੂੰ ਅਸਲ ਵਿੱਚ ਗਾਇਆ ਹੋਇਆ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਇਹ ਜਿਹੜੇ ਰਾਗ ਸ਼ਬਦਾਂ ਰਾਹੀਂ ਰਾਗਾਂ ਰਾਹੀਂ ਗਾਇਆ ਰਾਸ ਆ ਗਏ। ਸਭ ਕਿਛ ਤਿਸ ਤੇ ਹੋਇਆ, ਜੋ ਤਸੈ ਦੀਰ ਜਾਏ। ਜੋ ਕੁਝ ਹੋਇਆ, ਜੋ ਕੁਝ ਪੈਦਾ ਹੋ ਰਿਹਾ, ਜੋ ਕੁਝ ਬਣਾ ਰਿਹਾ, ਸਭ ਕੁਝ ਉਸੇ ਪਰਮਾਤਮਾ ਤੋਂ ਹੀ ਹੈ। ਉਹਦੀ ਰਜ਼ਾ ਵਿੱਚ ਸਾਰੀ ਖੇਡ ਜਿਹੜੀ ਹੈ ਵਰਤਦੀ ਹੈ। ਬਸ ਜਿਹਨੇ ਰਜ਼ਾ ਨੂੰ ਸਮਝ ਲਿਆ, ਭਾਣੇ ਨੂੰ ਸਮਝ ਲਿਆ, ਹੁਕਮ ਨੂੰ ਸਮਝ ਲਿਆ, ਉਹਨੂੰ ਗੁਰੂ ਸਾਹਿਬ ਜੀ ਨੇ ਇਹਨਾਂ ਸ਼ਲੋਕਾਂ ਵਿੱਚ ਗੁਰਮੁਖ ਕਿਹਾ ਹੈ। ਜਿਨ੍ਹਾਂ ਨੇ ਨਹੀਂ ਬੁੱਝਿਆ ਉਹਨੂੰ ਮਨਮੁਖ ਕਹਿ ਦਿੱਤਾ। ਗੁਰੂ ਸਾਹਿਬ ਜੀ ਨੇ ਇਹ ਅੱਜ ਦੇ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਸੀ। ਹੁਕਮ ਨੂੰ ਬੁੱਝਣਾ, ਹੁਕਮ ਨੂੰ ਜਾਣਨਾ ਗੁਰੂ ਜੀ ਦੇ ਨੂੰ ਜਿਹੜੇ ਜਾਣ ਲੈਣਗੇ, ਸਮਝ ਲੈਣਗੇ, ਸਤਿਗੁਰੂ ਕਹਿੰਦੇ ਨੇ ਉਹ ਗੁਰਮੁਖ ਬਣ ਜਾਣਗੇ। ਗੁਰਮੁਖ ਬਣ ਕੇ ਹੀ ਅਸਲ ਵਿੱਚ ਗੁਰੂ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਹੋ ਸਕਦੀਆਂ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਦਾ ਸਮਾਪਤੀ ਕਰੇ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ, ਸਤਿਗੁਰੂ ਜੀ ਦੇ ਸਾਧ ਸੰਗਤ ਬਖਸ਼ਣ ਯੋਗ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹੀਏ ਤੇ ਸਮਾਪਤੀ ਕਰੀਏ ਜੀ। ਨਾਨਕ ਹੁਕਮ ਬੁਝੈ ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ। ਸਭ ਕਿਛ ਤਿਸ ਤੇ ਹੋਇਆ, ਜਿਉ ਤਿਸੈ ਦੀਰ ਜਾਏ।
ਫਤਿਹ।